ਵਾਹਿਗੁਰੂ ਸਾਹਿਬ ਜੀ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿਥੈ ਭਗਤ ਵਸਹਿ ਕੇਲੋ, ਕਰਹਿ ਆਨੰਦ ਸੱਚਾ ਮਨ ਸੋਇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਕਾਰ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਦਇਆ ਕੀਤੀ ਹੈ। ਮਹਾਰਾਜ ਦੀ ਅਗਾਧ ਬੋਧ ਬਾਣੀ, ਅਗੰਮੀ ਬਚਨ, ਜਪ ਬਾਣੀ ਦੀ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸਾਧ ਸੰਗਤ, ਬੜੇ ਹੀ ਪਿਆਰ ਨਾਲ, ਬੜੀ ਸ਼ਰਧਾ ਨਾਲ ਲਗਾਤਾਰ ਵਿਸ਼ੇਸ਼ ਕਰਕੇ 5 ਖੰਡਾਂ ਦੀ ਵਿਚਾਰ ਆਪ ਜੀ ਬਹੁਤ ਮਨ ਲਾ ਕੇ ਸੁਣ ਰਹੇ ਹੋ, ਜਿੱਥੇ ਜਿੱਥੇ ਵੀ ਗੁਰਸਿੱਖ ਬੈਠੇ ਆ। 4 ਪੌੜੀਆਂ ਦੇ ਵਿੱਚ 5 ਖੰਡਾਂ ਦਾ ਜ਼ਿਕਰ ਕੀਤਾ ਹੈ। ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ। 3 ਵੱਖਰੀਆਂ ਵੱਖਰੀਆਂ ਪੌੜੀਆਂ। ਤੇ ਜਿੱਥੋਂ ਆਪ ਜੀ ਨੇ ਸੁਣਿਆ ਪਾਠ, ਕਰਮ ਖੰਡ ਸ਼ੁਰੂ ਹੋਇਆ ਤੇ ਕਰਮ ਖੰਡ ਦੇ ਵਿੱਚ ਹੀ ਸੱਚਖੰਡ ਹੈ। ਇਹਦਾ ਮਤਲਬ ਇਨ ਦੋਨਾਂ ਦਾ ਆਪਸੀ ਤਾਲਮੇਲ ਹੈ, ਸੰਬੰਧ ਹੈ। ਕਰਮਖੰਡ ਤੇ ਸੱਚਖੰਡ ਦਾ ਜ਼ਿਕਰ ਕਰਦਿਆਂ ਮਹਾਰਾਜ ਨੇ ਵਿੱਚ ਅੰਕ ਨਹੀਂ ਬਦਲਿਆ। ਧਰਮਖੰਡ ਦਾ ਅੰਕ ਬਦਲਿਆ, 34, 35, 36। ਫਿਰ ਗਿਆਨ ਖੰਡ ਦਾ ਅੰਕ ਬਦਲਿਆ, ਫਿਰ ਸ਼ਰਮਖੰਡ ਦਾ ਅੰਕ ਬਦਲਿਆ। ਪਰ ਜਦੋਂ ਕਰਮਖੰਡ ਤੇ ਸੱਚਖੰਡ ਦੋਨਾਂ ਦਾ ਜ਼ਿਕਰ ਹੋਇਆ ਤੇ ਅੰਕ ਨਹੀਂ ਬਦਲਿਆ, ਤੇ ਨਾ ਹੀ ਵਿੱਚ ਨਾਨਕ ਪਦ ਆਇਆ। ਇਹਦਾ ਮਤਲਬ ਕਿ ਇਹ ਦੋਨੋਂ
ਆਪਸ 'ਚ ਜੁੜੇ ਹੋਏ ਆ। ਕਰਮ ਖੰਡ ਤੇ ਸੱਚਖੰਡ ਦੋਨੋਂ ਜੁੜੇ ਹੋਏ ਆ। ਇੱਕ ਗੱਲ ਫੇਰ ਚੰਗੀ ਤਰ੍ਹਾਂ ਸਮਝ ਲਈਏ ਵੀ ਇਹ ਖੰਡ ਸ਼ਬਦ ਦਾ ਅਰਥ ਕੀ ਹੈ? ਪੜਾਅ, ਹਿੱਸਾ। ਤੇ ਜੋ ਆਪ ਜੀ ਲਗਾਤਾਰ ਪਹਿਲਾਂ 3 ਖੰਡਾਂ ਦਾ ਜ਼ਿਕਰ ਸੁਣ ਚੁੱਕੇ ਹੋ, ਉਹ 3 ਖੰਡ ਕਿਸੇ ਵੱਖਰੇ ਬ੍ਰਹਿਮੰਡ ਦੀ ਗੱਲ ਨਹੀਂ ਕਰ ਰਹੇ। ਉਹ ਧਰਮ ਖੰਡ, ਸਾਡੇ ਅੰਦਰ ਇੱਕ ਅਵਸਥਾ ਬਣਨੀ ਹੈ। ਫਿਰ ਗਿਆਨ ਖੰਡ, ਸਾਡੇ ਅੰਦਰ ਅਵਸਥਾ ਉਪਜਣੀ ਹੈ, ਗਿਆਨ ਨਾਲ ਸੋਝੀ ਆਉਣੀ ਹੈ। ਫਿਰ ਸਰਮ ਖੰਡ। ਥੋੜਾ ਜਿਹਾ ਇਹਨੂੰ ਸਮਝ ਲਈਏ ਸਾਧ ਸੰਗਤ, ਕਿਉਂਕਿ ਜਦੋਂ ਇਹ ਚੌਥਾ ਖੰਡ ਆਇਆ ਨਾ ਕਰਮ ਖੰਡ, ਤੇ ਕੁਝ ਵਿਦਵਾਨਾਂ ਨੇ ਕਰਮ ਦੇ ਅਰਥ ਕਿਰਿਆ ਵੀ ਕੀਤੇ। ਮਤਲਬ ਕਰਮ ਮਤਲਬ ਕੰਮ ਕਰਨਾ, ਕੰਮ, ਉਹਨੂੰ ਕਰਮ ਖੰਡ ਕਿਹਾ। ਪਰ ਬਹੁਤੇ ਕੌਮ ਦੇ ਦਾਨਸ਼ਵਰਾਂ ਨੇ ਇਹਦੇ, ਇਹ ਫਾਰਸੀ ਭਾਸ਼ਾ ਦਾ ਸ਼ਬਦ, ਇਹਦਾ ਮੂਲ ਹੈ, ਰੂਟ ਹੈ ਇਹਦਾ, ਤੇ ਇਹਦੇ ਅਰਥ ਬਖਸ਼ਿਸ਼ ਕੀਤੇ। ਤੇ ਮੈਂ ਸੋਚ ਰਿਹਾ ਸੀ ਇਕੱਲਾ ਵੀ ਫਿਰ ਕਰਮ ਜੋ ਅਸੀਂ ਕਰਨਾ ਹੈ, ਜੋ ਸਾਨੂੰ ਕਰਨ ਲਈ ਮਹਾਰਾਜ ਪ੍ਰੇਰਿਤ ਕਰਦੇ, ਫਿਰ ਉਹ ਕਿੱਥੇ ਗਿਆ? ਤੇ ਥੋੜਾ ਜਿਹਾ ਵਿਚਾਰ ਨੂੰ ਟਿਕਾ ਕੇ ਸਮਝਾਂਗੇ। ਸਰਮ ਖੰਡ ਨਾਲ ਹੀ ਕਰਮ ਜੁੜਿਆ ਹੋਇਆ, ਜਿਹਨੂੰ ਅਸੀਂ ਕਿਰਿਆ ਕਹਿੰਦੇ ਹਾਂ। ਕਿਉਂਕਿ ਸਰਮ ਹੋਰ ਕਾਹਦਾ ਕਰਨਾ ਹੈ? ਸਰਮ ਮਤਲਬ ਉਦਮ, ਉਦਮ ਹੀ ਤੇ ਕਿਰਿਆ ਹੈ ਸਾਧ ਸੰਗਤ ਜੀ। ਬੜੇ ਕਮਾਲ ਦਾ ਵਚਨ ਵੇਖੋ, ਬਖਸ਼ਿਸ਼ ਦੇ ਖੰਡ ਤੱਕ ਪਹੁੰਚੇ ਜਦੋਂ ਅਸੀਂ ਸ਼ਰਮ ਕੀਤਾ। ਸ਼ਰਮ ਮਤਲਬ ਉਦਮ, ਉਦਮ ਕਾਹਦਾ ਕੀਤਾ? ਕੁਝ ਕਰਨ ਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਆਪ ਸਵਾਰ ਹੈ। ਅਸੀਂ ਸ਼ੁਰੂਆਤ ਕਰਨੀ, ਪਹਿਲਾ ਕਦਮ ਸਾਨੂੰ ਪੁੱਟਣਾ ਪੈਣਾ। ਅਗਲੀ ਬਖਸ਼ਿਸ਼, ਅਗਲੇ ਗ੍ਰੇਸ ਮਾਰਕਸ ਬਾਅਦ ਚ ਮਿਲਦੇ ਆ। ਜੇ ਅਸੀਂ ਪਾਸ ਹੋਣ ਤੋਂ ਇੱਕ ਅੱਧਾ ਨੰਬਰ ਘੱਟ ਨਾ ਥੋੜੇ ਅਸੀਂ ਲਏ ਹੋਏ ਆ, ਤੇ ਫਿਰ ਗ੍ਰੇਸ ਮਾਰਕਸ ਪਾ ਕੇ ਫਿਰ ਪਾਸ ਕਰ ਦਿੰਦੇ। ਉਹ ਬਖਸ਼ਿਸ਼ ਆ ਸਾਡੇ ਗ੍ਰੇਸ ਮਾਰਕਸ। ਪਰ ਗ੍ਰੇਸ ਤੇ ਤਾਂ ਹੀ ਮਿਲੇਗੀ ਨਾ ਜੇ ਅਸੀਂ ਪਹਿਲਾਂ ਤੁਰੇ ਹੋਵਾਂਗੇ, ਕੁਛ ਅਸੀਂ ਕੀਤਾ ਹੋਏਗਾ। ਜੇ ਅਸੀਂ ਕੁਝ ਵੀ ਨਹੀਂ ਕੀਤਾ ਸਾਧ ਸੰਗਤ, ਤੇ ਫਿਰ ਗ੍ਰੇਸ ਕਿਸ ਚੀਜ਼ ਦੀ ਮਿਲਣੀ ਸਾਨੂੰ? ਗ੍ਰੇਸ ਮਾਰਕਸ ਕਿੱਥੋਂ ਮਿਲਣਗੇ ਫਿਰ ਸਾਨੂੰ? ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਆ ਨਾ ਜੀ, ਉਹ ਕਹਿੰਦੇ ਕੋਈ ਸ਼ੱਕ ਨਹੀਂ, ਗੁਰੂ ਦੀ ਬਖਸ਼ਿਸ਼ ਬੜੀ ਵੱਡੀ ਆ, ਬਹੁਤ ਮਿਹਰਬਾਨ ਹੈ, ਸਤਿਗੁਰ ਖੋਟਿਓਂ ਖਰੇ ਕਰੇ, ਬਹੁਤ ਮਿਹਰਬਾਨ ਹੈ, ਅਕਿਰਤ ਕਣਾਂ ਨੂੰ ਪਾਲਦਾ, ਬਹੁਤ ਦਿਆਲੂ ਹੈ। ਪਰ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਇੱਕ ਕਦਮ ਤੈਨੂੰ ਪੁੱਟਣਾ ਪੈਣਾ, ਬਾਕੀ ਭਾਵੇਂ ਕਰੋੜਾਂ ਕਦਮ ਹੋਣ, ਉਹ ਫਿਰ ਆਪੇ ਬਖਸ਼ਿਸ਼ ਦੇ ਦਰ ਖੁੱਲ ਜਾਣਗੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡ ਆ ਗਏ ਹੋਏ ਲੇਤਾ। ਸਤਿਗੁਰ ਦੀ ਦਿਆਲਤਾ ਵੱਡੀ ਹੈ, ਪਰ ਪਹਿਲਾਂ ਆਪ ਸਵਾਰੈ, ਤੂੰ ਯਤਨ ਤੇ ਕਰ, ਸ਼ਰਮ ਤੇ ਕਰ। ਅਸਲ 'ਚ ਉਹ ਉਦਮ ਹੀ ਕਿਰਿਆ ਹੈ, ਉਹ ਉਦਮ ਹੀ ਕਰਮ ਹੈ, ਮਤਲਬ ਜੋ ਕਰਨਾ ਹੈ। ਫਿਰ ਉਸ ਕਰਮ ਤੋਂ ਇਸ ਕਰਮ ਤੱਕ ਪਹੁੰਚਦੇ ਆ, ਜਿਹਨੂੰ ਵਿਦਵਾਨਾਂ ਨੇ ਕਿਹਾ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਅਰਥ ਹੈ ਬਖਸ਼ਿਸ਼। ਜਿਹਨੂੰ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਸੀ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ। ਉਦਮ ਦੇ ਨਾਲ ਹੀ ਕਮਾਉਣਾ ਜੁੜਿਆ ਹੋਇਆ। ਕਮਾਉਣਾ ਮਤਲਬ ਕਿਰਿਆ ਕਰਨੀ, ਕਿਰਿਆਸ਼ੀਲ ਹੋਣਾ। ਜਿਹੜੇ ਅਸੀਂ ਬਚਨ ਕਈ ਵਾਰੀ ਪੜ੍ਹਦੇ ਹਾਂ ਬਾਣੀ ਦੇ ਅੰਦਰ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਉਦਮ ਦਾ ਮਤਲਬ ਕੀ ਹੈ? ਕਿ ਤੂੰ ਆਪ ਕਿਰਿਆਸ਼ੀਲ ਹੋਣ ਲਈ ਦਲਿੱਦਰ ਨੂੰ ਤਿਆਗ ਕੇ ਅਗਾਹਾਂ ਕੂ ਧਰਾਂਗ, ਪਿੱਛੇ ਫੇਰਨਾ ਮੋਢੜਾ, ਅੱਗੇ ਵਧਣਾ, ਕਦਮ ਪੁੱਟਣਾ। ਉਦਮ ਇਹ ਨਹੀਂ ਵੀ ਛਾਲ ਮਾਰ ਕੇ ਖੜੇ ਹੋ ਗਏ ਤੇ ਮੁੜ ਕੇ ਕੀਤਾ ਕੁਝ ਵੀ ਨਹੀਂ। ਵੀ ਬਾਹਰ ਠੰਡ ਹੈ, ਬਾਹਰ ਬਰਫ਼ ਪੈ ਰਹੀ ਹੈ, ਅਸੀਂ ਛਾਲ ਮਾਰ ਕੇ ਉਦਮ ਕਰ ਲਿਆ, ਰਜ਼ਾਈ ਲਾ ਦਿੱਤੀ, ਤੇ ਉਹਦੇ ਤੋਂ ਅੱਗੇ ਕਰਨਾ ਕੀ ਹੈ? ਸੋ ਉਸ ਸ਼ਰਮ ਦੇ ਨਾਲ, ਉਸ ਉਦਮ ਦੇ ਨਾਲ ਸਾਡੀ ਕਿਰਿਆ ਜੁੜੀ ਹੋਈ ਹੈ। ਤੇ ਜਦੋਂ ਅਸੀਂ ਕਿਰਿਆਸ਼ੀਲ ਹੋਏ, ਫਿਰ ਕੀ ਹੋਈ? ਬਖਸ਼ਿਸ਼। ਕੀ ਧਰਮ ਹੈ ਸਾਡਾ ਸਭ ਦਾ? ਕੀ ਅਸੀਂ ਕਮਾਉਣ ਆਏ ਆ? ਗੁਰੂ ਨਾਨਕ ਸਾਹਿਬ ਜੀ ਇੱਥੇ ਮਜ਼ਹਬਾਂ ਫਿਰਕਿਆਂ ਦੀ ਗੱਲ ਨਹੀਂ ਕਰ ਰਹੇ।
ਹਰ ਸ਼ੈ ਦਾ ਕੋਈ ਧਰਮ ਹੈ, ਇਨਸਾਨ ਦਾ ਵੀ, ਤੇ ਕੋਈ ਜਿਵੇਂ ਰੁੱਖਾਂ ਦਾ ਧਰਮ ਹੈ, ਹਵਾ ਦਾ ਧਰਮ ਹੈ, ਸੂਰਜ ਦਾ ਧਰਮ ਹੈ, ਪਾਣੀ ਦਾ ਧਰਮ ਹੈ। ਪਿਆਸ ਸਭ ਦੀ ਬੁਝਾਉਂਦਾ ਹੈ, ਸੂਰਜ ਚਾਨਣੀ ਸਭ ਨੂੰ ਦਿੰਦਾ ਬਿਨਾਂ ਵਿਤਕਰੇ ਦੇ। ਫਿਰ ਉੱਥੋਂ ਸਾਨੂੰ ਗਿਆਨ ਦੀ ਅਵਸਥਾ 'ਚ ਅਸੀਂ ਪਹੁੰਚੀਏ ਭਾਈ, ਜੋ ਅਸੀਂ ਲਗਾਤਾਰ ਵਿਚਾਰਿਆ। ਫਿਰ ਸ਼ਰਮ, ਕਿਰਿਆਸ਼ੀਲ ਹੋਏ, ਉਦਮਸ਼ੀਲ ਹੋਏ, ਫਿਰ ਬਖਸ਼ਿਸ਼। ਹੁਣ ਇਹ ਕਰਮਖੰਡ ਤੇ ਸੱਚਖੰਡ ਦੋਨੋਂ, ਬਖਸ਼ਿਸ਼ ਹੀ ਸੱਚਖੰਡ ਦਾ ਦਰਵਾਜ਼ਾ ਹੈ, ਜਿਹਦੇ ਰਾਹੀਂ ਲੰਘ ਕੇ ਸਮਝ ਲਓ ਪਹੁੰਚ ਗਏ ਅਸੀਂ। ਇੱਥੋਂ ਆਰੰਭਤਾ ਕੀਤੀ। ਬਹੁਤ ਸਵਾਦਲੇ ਬਚਨ ਨੇ ਸਾਧ ਸੰਗਤ, ਜੇ ਰਸ ਲਈਏ ਇਹਨਾਂ ਦਾ। ਕਰਮਖੰਡ ਕੀ ਬਾਣੀ ਜ਼ੋਰ, ਇਹ ਬਖਸ਼ਿਸ਼ ਦੇ ਦਰਵਾਜ਼ੇ ਕਿੱਦਾਂ ਖੁੱਲੇ ਤੇ ਸੱਚਖੰਡ ਤੱਕ ਕਿੱਦਾਂ ਪਹੁੰਚ ਗਏ। ਬਦਲਾਅ ਕੀ ਆਇਆ ਕਿ ਉਹ ਜਿਹੜਾ ਸ਼ਰਮਖੰਡ ਸੀ ਨਾ, ਉਹ ਉਦਮ ਦੇ ਨਾਲ ਗਿਆਨਖੰਡ ਤੋਂ ਹੋ ਕੇ ਜਦੋਂ ਸ਼ਰਮਖੰਡ ਦੇ ਉਦਮ ਤੱਕ ਪਹੁੰਚੇ ਤੇ ਉਹਨੇ ਉੱਥੇ ਕੀ ਰਹਿਮਤ ਵਰਤੀ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਤੇ ਆਪਾਂ ਬੜੇ ਵਿਸਥਾਰ ਨਾਲ ਜਿੰਨੀ ਕੁ ਮਹਾਰਾਜ ਨੇ ਸੋਝੀ ਦਿੱਤੀ ਸੀ ਵੀ ਘੜਿਆ ਮਤਲਬ ਸੋਹਣਾ ਹੋ ਗਿਆ। ਹੁਣ ਧਿਆਨ ਦਿਓ, ਜਿਹੜੀ ਮੱਤ ਘੜੀ ਗਈ ਹੈ ਨਾ, ਮੱਤ ਸੋਹਣੀ ਹੋ ਗਈ, ਮਤਲਬ ਮੱਤ ਦੇ ਸੋਹਣੇਪਨ ਦਾ ਤੇ ਮੱਤ ਦੇ ਗੰਦੇ ਹੋਣ ਦਾ ਕੀ ਅਰਥ ਹੈ। ਸਿੱਧਾ ਜਿਹਾ ਸਾਨੂੰ ਸਮਝ ਆਉਂਦਾ ਵੀ ਫੁਰਨੇ ਮਾੜੇ ਆ ਰਹੇ ਆ, ਗਲਤ ਕੰਮਾਂ ਨੂੰ ਸਾਡੇ ਸਰੀਰ ਨੂੰ ਉਕਸਾ ਰਹੀਆਂ, ਸਾਡੇ ਅੰਦਰ ਦੇ ਫੁਰਨੇ ਸਾਡੇ ਅੱਖਾਂ ਨੂੰ ਗਲਤ ਕਰਨ ਲਈ ਉਕਸਾ ਰਹੇ ਆ। ਅਸੀਂ ਕਹਿੰਦੇ ਬੰਦੇ ਦੀ ਮੱਤ ਮਾਰੀ ਗਈ, ਚੰਗਾ ਭਲਾ ਬੰਦਾ ਸੀ। ਤੇ ਜਦੋਂ ਮੱਤ ਘੜੀ ਗਈ, ਇਹਦਾ ਮਤਲਬ ਹੁਣ ਮੰਦੇ ਕੰਮਾਂ ਲਈ ਨਹੀਂ ਉਕਸਾਉਂਦੇ, ਤੇ ਹੁਣ ਕੀ ਹੋਣਗੇ, ਕਰਮ ਬਦਲ ਜਾਣਗੇ ਸਾਡੇ। ਸ਼ਰਮਖੰਡ ਵਿੱਚ ਮੱਤ ਘੜੀ ਗਈ, ਕਰਮ ਬਦਲ ਗਏ। ਇਹ ਪੈਸੇ ਕਮਾਉਣ ਦਾ ਉਦਮ ਤੇ ਕਰਦੇ ਹੀ ਪਏ ਸੀ, ਸਰੀਰ ਵਾਸਤੇ ਤੇ ਉਦਮ ਕਰਦੇ ਪਏ ਸੀ, ਆਤਮਾ ਵਾਸਤੇ ਉਦਮ ਨਹੀਂ ਸੀ ਕੀਤਾ। ਤੇ ਹੁਣ ਕੀ ਹੋਇਆ, ਜਦੋਂ ਮੱਤ ਘੜੀ ਗਈ ਤੇ ਘੜੀ ਹੋਈ ਮੱਤ ਦੇ ਕਰਮ ਵੀ ਸਧਾਰਨ ਨਹੀਂ ਹੁੰਦੇ। ਸਾਧ ਸੰਗਤ, ਕੁਦਰਤੀ ਇਹ ਕਰਮ ਬਦਲ ਜਾਣਗੇ। ਔਰ ਯਕੀਨ ਕਰਿਓ, ਫਿਰ ਧਨ ਕਮਾਉਣ ਦੇ ਕਰਮ ਵੀ ਬਦਲ ਜਾਣਗੇ, ਮਤਲਬ ਸਰੀਰ ਦੇ ਆਹਾਰ ਦੇ ਕਰਮ ਵੀ ਬਦਲ ਜਾਣਗੇ ਤੇ ਜ਼ਮੀਰ ਦੇ ਆਹਾਰ ਦੇ ਕਰਮ ਵੀ ਬਦਲ ਜਾਣਗੇ। ਸਰੀਰ ਦੇ ਆਹਾਰ ਵਾਸਤੇ ਇਹ ਮਨ ਕਹਿੰਦਾ ਕੋਈ ਗੱਲ ਨਹੀਂ, ਚੋਰੀ ਕਰਨੀ ਕਰ ਲੈ, ਠੱਗੀ ਮਾਰਨੀ ਮਾਰ ਲੈ, ਰਿਸ਼ਵਤ ਲਈ ਜਾਂਦੀ ਹੈ ਲੈ ਲੈ। ਮੈਂ ਨਹੀਂ ਲਈ, ਸ਼ਾਇਦ ਮੇਰਾ ਦਾ ਨਹੀਂ ਲੱਗਿਆ, ਇਸ ਲਈ ਨਹੀਂ ਕਿ ਮੱਤ ਘੜੀ ਗਈ ਹੈ। ਜੇ ਦਾ ਲੱਗਦਾ ਸ਼ਾਇਦ ਲੈ ਲੈਂਦਾ। ਮੈਂ ਚੋਰੀ ਨਹੀਂ ਕੀਤੀ, ਸ਼ਾਇਦ ਦਾ ਨਹੀਂ ਲੱਗਿਆ। ਪਰ ਇੱਕ ਹੈ ਕਿ ਮੌਕਾ ਹੈਗੇ ਐਸੇ ਸੂਰਮੇ ਜਿੱਥੇ ਜਾ ਕੇ ਕਰਮਖੰਡ ਕੀ ਬਾਣੀ ਜ਼ੋਰ, ਬੜੇ ਬਲੀ ਜ਼ੋਰ ਵਾਲੇ, ਬੜੇ ਮਹਾਬਲੀ ਨੇ ਭਾਈ। ਮੌਕਾ ਹੈਗਾ, ਪਰ ਨਹੀਂ ਅਗਲਿਆਂ ਨੇ ਸਾਰੀ ਜ਼ਿੰਦਗੀ ਇਹ ਲੋਭ ਨੂੰ ਜਿੱਤ ਲਿਆ ਉਹਨਾਂ ਨੇ। ਜੋਧ ਮਹਾਬਲ ਸੂਰ, ਬੜੇ ਯੋਧੇ ਬੰਦੇ ਭਾਈ। ਕਿਹੜਾ ਜ਼ੋਰ ਆਇਆ, ਕਿਹਦੇ ਨਾਲ ਯੋਧੇ ਬਣ ਗਏ। ਸਰੀਰ ਕਰਕੇ ਨਹੀਂ ਸਾਧ ਸੰਗਤ, ਮਨ ਕਰਕੇ ਯੋਧੇ ਸੂਰਮੇ ਬਣ ਗਏ। ਹੁਣ ਜਦੋਂ ਘੜੀਐ ਸੁਰਤ ਮਤ ਮਨ ਬੁੱਧ, ਤੇ ਕੁਦਰਤੀ ਹੈ ਜੀ, ਮਤ ਘੜੀ, ਮਨ ਘੜਿਆ, ਬੁੱਧ ਘੜੀ, ਉਹਦੇ ਕਰਮ ਸਧਾਰਨ ਨਹੀਂ ਹੋਣਗੇ। ਨਾ ਰਿਜਕ ਕਮਾਉਣ ਵਾਲੇ ਕਰਮ ਸਧਾਰਨ ਹੋਣਗੇ ਤੇ ਨਾ ਰਾਜਕ ਕਮਾਉਣ ਵਾਲੇ ਕਰਮ। ਹੁਣ ਇੱਥੇ ਦੋਨੇ ਕਰਮ ਵਿਗੜੇ ਹੋਏ ਆ। ਦੁਨਿਆਵੀ ਰੋਟੀ ਕਮਾਉਣ ਵਾਲੇ ਕਰਮ ਵੀ ਪਾਪਾਂ ਦੀ ਸਤ੍ਹਾ ਤੇ ਖੜੇ ਆ, ਤੇ ਧਰਮ ਕਰਮ ਵੀ ਜਿਹੜੇ ਆ ਉਹ ਪਖੰਡ ਦੀ ਸਤ੍ਹਾ ਤੇ ਖੜੇ ਆ, ਕਿਉਂਕਿ ਮੱਤ ਮਾਰੀ ਹੋਈ ਹੈ ਨਾ ਜੀ। ਤੇ ਜਿੱਦਣ ਸੁਰਤ ਮਤ ਮਨ ਬੁੱਧ ਕਰਮ ਘੜੀ ਗਈ, ਉਦਣ ਧਰਮ ਕਰਮ ਵੀ ਵਿਵੇਕ ਵਾਲੇ ਹੋ ਜਾਣੇ ਆ। ਜਦੋਂ ਅਸੀਂ ਪਖੰਡ ਨੂੰ ਧਰਮ ਕਰਮ ਸਮਝੀ ਜਾ ਰਹੇ ਆ, ਇਹਦਾ ਮਤਲਬ ਸਾਡੀ ਸੁਰਤ ਮਤ ਮਨ ਬੁੱਧ ਨਹੀਂ ਘੜੀ ਗਈ। ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਬੈਠੇ ਰਹੀਏ, ਸਾਰੀ ਜ਼ਿੰਦਗੀ ਧਰਮ ਮੰਦਰ 'ਚ ਬੈਠੇ ਰਹੀਏ, ਅਜੇ ਬੁੱਧ ਮਤ ਨਹੀਂ ਘੜੀ ਗਈ ਤੇ ਸਾਡੇ ਕਰਮਾਂ ਦੇ ਅੰਦਰ ਅਗਿਆਨਤਾ ਹੈ, ਭਰਮ ਹੈ, ਦੁਬਦਾ ਹੈ। ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝੋ ਫਿਰ, ਕਿਉਂਕਿ ਅਸੀਂ ਸ਼ਰਮਖੰਡ 'ਚ ਪੜ੍ਹਿਆ ਤੇ ਸ਼ਰਮਖੰਡ ਦੇ ਨਾਲ ਅਸੀਂ ਕਿਰਿਆਸ਼ੀਲ ਉਦਮਸ਼ੀਲ ਹੋਣਾ। ਸ਼ਰਮ ਦਾ ਮਤਲਬ ਵੀ ਉਦਮ ਹੈ, ਤੇ ਉਦਮ ਕਾਹਦੇ ਲਈ ਕਰਨਾ, ਕਿਰਿਆ ਲਈ। ਇਹ ਦੋਨੋਂ ਕਰਮ ਨੂੰ ਸਮਝ ਲੈਣਾ। ਇੱਕ ਕਰਮ ਐਕਟਿਵ ਹੋਣਾ, ਸਰੀਰਕ ਤੌਰ ਤੇ ਫਿਜ਼ੀਕਲੀ ਜਾਂ ਅੱਖਾਂ ਕਰਕੇ ਜੋ ਵੀ ਇੰਦਰੇ ਮਿਲੇ ਹੋਇਆ। ਦੂਜਾ ਕਰਮ ਜਿਹੜਾ ਵਰਤਿਆ ਇੱਥੇ ਉਹ ਬਖਸ਼ਿਸ਼। ਤੇ ਸ਼ਰਮਖੰਡ ਨਾਲ ਜਿਹੜਾ ਅਸੀਂ ਕਰਮ ਜੋੜ ਰਹੇ ਆ
ਉਦਮ ਨਾਲ ਜਿਹੜਾ ਕਰਮ ਜੁੜ ਰਿਹਾ ਉਹ ਆ ਸਾਡੇ ਕਿਰਿਆਸ਼ੀਲ ਹੋਣਾ, ਭਾਵੇਂ ਉਹ ਅੰਦਰੋਂ ਆ ਭਾਵੇਂ ਬਾਹਰੋਂ ਆ। ਉੱਥੇ ਕਿਰਿਆ 'ਚ ਬਦਲਾਅ ਫਿਰ ਕਦੋਂ ਆਏਗਾ? ਜਦੋਂ ਸਰਮਖੰਡ ਵਿੱਚ ਸਾਡੀ ਘੜੀ ਹੈ ਸੁਰਤ, ਮਤ, ਮਨ, ਬੁੱਧ। ਨੈਚੁਰਲੀ ਅਸਾਧ ਸੰਗਤ ਗੰਦੀ ਮਤ ਮਨੂਰ ਹੈ ਨਾ, ਅਣਘੜੀ ਹੈ, ਬਦਸੂਰਤ ਹੈ, ਉਹ ਮਤ ਦਾ ਕਰਮ ਕੁਝ ਹੋਰ ਹੋਏਗਾ, ਤਰਾਸ਼ੀ ਹੋਈ ਸੋਹਣੀ ਮਤ ਦਾ ਕਰਮ ਕੁਝ ਹੋਰ ਹੋਏਗਾ। ਦੁਨਿਆਵੀ ਰੋਜੀ ਰੋਟੀ ਕਮਾਉਣ ਦੇ ਵੀ ਕਰਮ ਬਦਲ ਜਾਣਗੇ, ਬੜਾ ਸਬਰ ਆ ਜਾਣਾ, ਬੜਾ ਸੰਤੋਖ ਆ ਜਾਣਾ, ਬੜਾ ਸਹਿਜ ਆ ਜਾਣਾ, ਬੜਾ ਯਕੀਨ ਆ ਜਾਣਾ। ਯਕੀਨ ਨਹੀਂ ਆ ਰਿਹਾ, ਬੰਦਾ ਕਹਿੰਦਾ ਮੈਂ ਆਪਣੇ ਜੋਗਾ ਤੇ ਜੋੜ ਲਿਆ, ਮੈਂ ਆਉਣ ਵਾਲੀਆਂ ਪੀੜ੍ਹੀਆਂ ਜੋਗਾ ਜੋੜ ਜਾਵਾਂ। ਕਿਉਂ ਨਹੀਂ ਯਕੀਨ ਆ ਰਿਹਾ? ਕਿਉਂਕਿ ਉਹ ਸਹਿਜ ਅੰਦਰ ਸਬਰ ਨਹੀਂ ਹੈ, ਮੱਤ ਲਿਬੜੀ ਹੋਈ ਹੈ, ਲੋਭ ਨਾਲ ਮੱਤ ਲਿਬੜੀ ਹੋਈ ਹੈ, ਗੰਦਗੀ ਨਾਲ, ਕ੍ਰੋਧ ਨਾਲ, ਤ੍ਰਿਸ਼ਨਾ ਨਾਲ, ਲਾਲਚ ਨਾਲ। ਕਿਸੇ ਦਾ ਕਤਲ ਵੀ ਕਰ ਸਕਦੀ ਹੈ, ਕਿਸੇ ਭਰਾਵਾਂ ਦਾ ਹੱਕ ਵੀ ਮਾਰ ਸਕਦੀ ਹੈ ਜੀ। ਇੱਥੇ ਇੱਕ ਦੂਜੇ ਦੇ ਹੱਕ ਮਾਰੇ, ਭੈਣ ਭਰਾ ਮਾਰੀ ਜਾ ਰਹੇ। ਕੀ ਧਰਮ ਸਥਾਨਾਂ ਦੇ ਉੱਤੇ ਚੋਰੀਆਂ ਨਹੀਂ ਹੁੰਦੀਆਂ? ਜੰਦਰੇ ਮਾਰਨੇ ਕਿਉਂ ਪਏ ਭਲਾ? ਕਿਉਂ ਕੈਮਰੇ ਲਾਉਣੇ ਪੈ ਜਾਂਦੇ? ਸਾਡੇ ਜਦੋਂ ਗੋਲਕ ਦੀ ਗਿਣਤੀ ਹੁੰਦੀ ਹੈ, ਉੱਥੇ ਸਾਡੇ ਸੇਵਾ ਦੇ ਵਿੱਚ ਨਿਭਾਉਂਦੇ ਆ ਫਤਿਹਗੜ੍ਹ ਸਾਹਿਬ, ਬਾਹਰੋਂ ਬੰਦੇ ਨਹੀਂ ਹੁੰਦੇ, ਸਿਰਫ ਆਪਣੇ ਇੰਟਰਨਲ ਬੰਦੇ ਹੁੰਦੇ ਆ, ਪਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ, 10 ਬੰਦਿਆਂ ਦੀ ਡਿਊਟੀ ਹੁੰਦੀ ਹੈ, ਜ਼ਿੰਮੇਵਾਰੀ, ਸਾਈਨ ਹੁੰਦੇ ਆ ਬਕਾਇਦਾ, ਇੱਕ ਇੱਕ ਪੈਸੇ ਦਾ। ਇੱਥੋਂ ਤੱਕ ਕਿ ਜ਼ਿੰਮੇਵਾਰ ਬੰਦਿਆਂ ਨੇ ਧਾਰਮਿਕ ਸਭ ਤੋਂ ਉੱਥੇ ਸੇਵਾ ਵੱਡੀ ਮਿਲੀ ਹੈ। ਜੇ ਮੈਂ ਵੀ ਅੰਦਰ ਜਾਣਾ ਜਾਂ ਬਾਹਰ ਆਉਣਾ, ਜਾਂਦਿਆਂ ਤੇ ਆਉਂਦਿਆਂ ਦੋਨੋਂ ਵਾਰੀ ਤਲਾਸ਼ੀ ਹੋਣੀ ਹੈ। ਕਿਉਂ ਇੰਨਾ ਕਰਨਾ ਪਿਆ? ਕਿਉਂਕਿ ਮਤ ਨਾ ਘੜੀ ਹੋਈ ਤੇ ਧਰਮ ਸਥਾਨ ਤੇ ਰਹਿੰਦਿਆਂ ਵੀ ਮੇਰੀ ਨੀਅਤ ਫਿੱਟ ਸਕਦੀ ਹੈ। ਜਦੋਂ ਘੜੀਆ ਸੁਰਤ, ਮਤ, ਮਨ, ਬੁੱਧ, ਤਾਂ ਮੈਂ ਬੇਨਤੀ ਕੀਤੀ ਸੀ ਜਪਜੀ ਸਾਹਿਬ ਜੀ ਦੇ ਅਰਥ ਕੀਤੇ ਨਹੀਂ ਜਾਣੇ, ਕਮਾਏ ਜਾਣੇ ਆ। ਇਹ ਕਰਨ ਦਾ ਤੇ ਸਿਰਫ ਇੱਕ ਕੋਸ਼ਿਸ਼ ਹੈ, ਸਿਰਫ ਇੱਕ ਇਸ਼ਾਰਾ ਹੈ ਵੀ ਅੰਮ੍ਰਿਤਸਰ ਸਾਹਿਬ ਇੰਨੇ ਕਿਲੋਮੀਟਰ ਐਰੋ ਬਣਿਆ ਹੋਇਆ, ਗੱਲ ਤੇ ਚੱਲਿਆਂ ਬਣਨੀ ਹੈ। ਫਿਰ ਕਰਮ ਬਦਲ ਜਾਂਦੇ ਆ। ਏਦਾਂ ਭਾਵੇਂ ਧਾਰਮਿਕ ਸਥਾਨ ਤੇ ਵੀ ਬੈਠੇ ਆ, ਜੇ ਘੜੀਆ ਸੁਰਤ, ਮਤ, ਮਨ, ਬੁੱਧ ਨਹੀਂ ਹੋਈ, ਨਹੀਂ ਕਰਮ ਬਦਲਨੇ। ਨਾ ਰੋਜੀ ਰੋਟੀ ਕਮਾਉਣ ਦੇ ਬਦਲਨੇ ਨੇ, ਨਾ ਧਰਮ ਵਾਲੇ ਬਦਲਨੇ ਆ। ਧਰਮ ਸਥਾਨਾਂ ਤੇ ਧਰਮ ਦੇ ਨਾਂ ਤੇ ਪਖੰਡ ਹੋ ਰਿਹਾ ਬਹੁਤ ਬੁਰੀ ਤਰ੍ਹਾਂ ਨਾਲ। ਬੜੀਆਂ ਅਜੀਬ ਅਜੀਬ ਹਰਕਤਾਂ ਮੈਂ ਮਹਿਸੂਸ ਕਰਦਾ ਜੀ। ਕੁਝ ਸਮੱਗਰੀਆਂ ਨਾਲ ਵਾਤਾਵਰਨ ਸ਼ੁੱਧ ਕਰਨ ਦਾ ਯਤਨ ਹੁੰਦਾ। ਜਿੱਥੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਨਾ, ਬਹੁਤ ਮਾਨਸਿਕਤਾ ਗੁਲਾਮ ਹੋਈ ਪਈ ਸਾਡੀ। ਬਾਣੀ ਦੇ ਪ੍ਰਵਾਹ ਨਾਲ ਨਹੀਂ ਸ਼ੁੱਧਤਾ ਹੋਈ ਗੁਰਦੁਆਰੇ ਦੀ। ਗੁਰੂ ਦਾ ਸ਼ਬਦ ਨਹੀਂ ਸ਼ੁੱਧਤਾ ਕਰਦਾ। ਕਈ ਵਾਰੀ ਤੇ ਪਾਣੀ ਵੀ ਤਨੌਕਦੇ ਆਉਂਦੇ ਆ ਅਸੀਂ ਅੱਗੇ ਅੱਗੇ ਗੁਰਦੁਆਰੇ ਦੇ ਅੰਦਰ। ਗੁਰੂ ਬਿਰਾਜਮਾਨ ਹੈ, ਇਹਦਾ ਮਤਲਬ ਸਭ ਕੁਝ ਦੂਸ਼ਿਤ ਹੀ ਸੀ। ਘੜੀਆ ਸੁਰਤ, ਮਤ, ਮਨ, ਬੁੱਧ ਬਹੁਤ ਜ਼ਿਆਦਾ। ਮੈਂ ਕਹਿੰਦਾ ਇੰਨਾ ਬਾਹਰ ਨਹੀਂ ਅਡੰਬਰ ਜਿੰਨਾ ਧਰਮ ਸਥਾਨਾਂ ਤੇ ਅਡੰਬਰ ਫੈਲਿਆ। ਕਿਉਂਕਿ ਅਸੀਂ ਸਰਮਖੰਡ ਵਿੱਚ ਆਪਣੀ ਸੁਰਤ, ਮਤ, ਮਨ, ਬੁੱਧ ਨਹੀਂ ਘੜੀ। ਗੁਰੂ ਨਾਨਕ ਨੇ ਮਾਰ ਮਾਰ ਚੋਟਾਂ ਜਿਨ੍ਹਾਂ ਦੀਆਂ ਮਤ ਬੁੱਧ ਘੜੀ, ਸਾਰੇ ਪਖੰਡ ਛੁੱਟ ਗਏ ਜੀ। ਬਾਬਾ ਲਹਿਣਾ ਜੀ ਨੇ ਐਲਾਨੀਆਂ ਕਹਿ ਦਿੱਤਾ, ਪਹਿਲੇ ਦਿਨ ਦਰਸ਼ਨ ਕਰਦੇ ਆ, ਮੈਂ ਕਿਸੇ ਤੀਰਥ ਤੇ ਨਹੀਂ ਜਾਣਾ, ਮੈਂ ਕਿਸੇ ਦੀ ਪੂਜਾ ਵਾਸਤੇ ਨਹੀਂ ਜਾਣਾ, ਮੈਨੂੰ ਟਿਕਾਣਾ ਮਿਲ ਗਿਆ। ਸਾਹਿਬ ਅਮਰਦਾਸ ਜੀ ਨੇ ਐਲਾਨੀਆਂ ਕਹਿ ਦਿੱਤਾ, ਮੈਂ ਨਿਥਾਵਾਂ ਨਹੀਂ ਆ। ਪਹਿਲੇ ਤੇ ਤੁਸੀਂ ਉੱਥੇ ਜਾਂਦੇ ਸੀ ਨਹਾਉਣ ਵਾਸਤੇ, ਕਹਿੰਦੇ ਉਦੋਂ ਜਾਂਦੇ ਸੀ ਜਦੋਂ ਸੁਰਤ, ਮਤ, ਮਨ, ਬੁੱਧ ਨਹੀਂ ਸੀ ਘੜੀ ਗਈ। ਬੜੇ ਬੜੇ ਚੋਰ ਆਏ, ਠੱਗ ਆਏ, ਲੁਟੇਰੇ ਆਏ, ਕਾਮੀ ਆਏ, ਪਖੰਡੀ ਆਏ, ਤੇ ਜਦੋਂ ਗੁਰੂ ਦੇ ਸ਼ਬਦ ਨੇ ਸੁਰਤ, ਮਤ, ਮਨ, ਬੁੱਧ ਘੜੀ, ਕਿਰਿਆ ਬਦਲ ਗਈ ਜੀ। ਕਰਮ ਭੂਮੀਆਂ ਕਹਿੰਦਾ ਚੋਰੀ ਛੁੱਟਣੀ ਨਹੀਂ ਮੇਰੇ ਕੋਲੋਂ, ਕਹਿੰਦਾ ਪ੍ਰੋਬਲਮ ਹੈ ਮੇਰਾ ਜੱਦੀ ਪੁਸ਼ਤੀ ਕੰਮ, ਮੈਨੂੰ ਹੋਰ ਕੁਝ ਆਉਂਦਾ ਹੀ ਨਹੀਂ। ਕਹਿੰਦਾ ਬਾਬਾ ਜੀ ਮੈਨੂੰ ਹੋਰ ਕੁਝ ਆਉਂਦਾ ਹੀ ਨਹੀਂ, ਮੈਨੂੰ ਇੱਕੋ ਹੀ ਤਰੀਕਾ ਆਉਂਦਾ, ਮੈਂ ਖਾਨਦਾਨੀ ਤੌਰ ਤੇ ਢਿੱਡ ਏਦਾਂ ਹੀ ਭਰਦਾ ਆ ਰਿਹਾ। ਬੜਾ ਇਮਾਨਦਾਰ ਸੀ ਮੈਂ ਕਹਿੰਦਾ ਜੀ। ਜੇ ਕਦੀ ਆਪਣੇ ਆਪ ਨੂੰ ਕੰਪੈਰੇਟਿਵਲੀ ਸੋਚਾਂ ਵੀ ਉਹ ਚੋਰ ਹੈ ਤੇ ਮੈਂ ਗੁਰੂ ਦੀ ਗੱਲ ਸੁਣਾਉਂਦਾ, ਤੇ ਉਹ ਬਹੁਤ ਇਮਾਨਦਾਰ, ਮੇਰੇ ਨਾਲੋਂ ਇਮਾਨਦਾਰ ਸੀ ਕਿ ਗੁਰੂ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਕਿ ਮੈਂ ਚੋਰ ਹਾਂ ਤੇ ਮੈਥੋਂ ਚੋਰੀ ਨਹੀਂ ਜੇ ਛੁੱਟਣੀ। ਇੰਨਾ ਸੱਚਾ ਬੰਦਾ।
ਪਰ ਮੈਂ ਤੁਹਾਨੂੰ ਦਿਲ 'ਚ ਵਸਾਉਣਾ ਚਾਹੁੰਦਾ। ਪੈਰ ਪੁੱਟ ਲਿਆ ਨਾ ਫਿਰ ਗੁਰੂ ਉਹਦਾ ਫਰਜ਼ ਆ, ਫਿਰ ਕਿੱਦਾਂ ਘੜਨਾ ਤੈਨੂੰ, ਚਿੰਤਾ ਨਾ ਕਰ। ਤੂੰ ਇੱਕ ਵਾਰੀ ਮੂੰਹ ਤੇ ਕਰ ਗੁਰੂ ਵੱਲ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ, ਉਹ ਗੰਦਗੀ ਲਾ ਕੇ ਪਰੇ ਐ ਮਾਰਦਾ ਜੀ ਕਾਂਟ ਛਾਂਟ ਕਰਕੇ। ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਕਮਾਲ ਹੁੰਦੀ ਵਰਤੋਂ। ਪਰ ਪੜਾਅ ਤੇ ਹੈਗੇ ਆ ਨਾ ਮਿੱਤਰਾ, ਅਜੇ ਤੇ ਧਰਮ ਖੰਡ ਦੀ ਨਹੀਂ ਸਮਝ ਆਈ ਵੀ ਮਨੋਰਥ ਕੀ ਹੈ ਜੀਵਨ ਦਾ। ਅਜੇ ਗਿਆਨ ਖੰਡ ਵਾਲਾ ਅੰਦਰ ਪ੍ਰਕਾਸ਼ ਹੀ ਨਹੀਂ ਹੋਇਆ। ਵੇਖੋ ਬੇਨਤੀ ਹੈ, ਅਸੀਂ ਸਾਰੇ ਵਿਦਿਆਰਥੀ, ਅਸੀਂ ਸਾਰੇ ਸਿੱਖ ਹਾਂ, ਪਰ ਸਾਰੀ ਜ਼ਿੰਦਗੀ ਪਹਿਲੀ ਦੀ ਕਲਾਸ ਵਿੱਚ ਨਹੀਂ ਬੈਠਣਾ। ਇਹ ਮਹਾਰਾਜ ਕਲਾਸਿਸ ਦੱਸ ਰਿਹਾ ਵੀ ਤੂੰ PhD ਦੀ ਡਿਗਰੀ ਤੱਕ ਕਿਵੇਂ ਪਹੁੰਚਣਾ, ਤੂੰ ਉਹ ਪੜਾਅ ਤੱਕ ਕਿਵੇਂ ਪਹੁੰਚਣਾ ਜਿੱਥੇ ਲਿਖਿਆ ਸੱਚਖੰਡ। ਮਾਫ ਕਰਨਾ, ਅਸੀਂ ਤੇ ਕਮਰੇ ਤੇ ਲਿਖ ਕੇ ਸਾਰ ਲਿਆ, ਕਿਉਂਕਿ ਸੌਖਾ ਕੰਮ ਸੀ। ਮੈਂ ਕਮਰੇ 'ਚ ਜਾ ਕੇ ਬੈਠਾ ਰਵਾਂਗਾ। ਬਹੁਤੀ ਵਾਰੀ ਤੁਸੀਂ ਪੜ੍ਹਦੇ ਹੋ ਨਾ ਜੀ, ਬਹੁਤੇ ਸਥਾਨਾਂ ਦੇ ਉੱਤੇ, ਚਲੋ ਸਤਿਕਾਰ ਭਾਵਨਾ ਦੇ ਉੱਤੇ ਮੈਂ ਕਿੰਤੂ ਨਹੀਂ ਕਰਦਾ, ਧਨ ਸ਼ਰਧਾ ਨੂੰ ਸੱਟ ਨਾ ਵੱਜੇ ਭਾਈ, ਪਰ ਬਹੁਤੀ ਵਾਰੀ ਕੀ ਹੁੰਦਾ, ਜਿੱਥੇ ਰਾਤ ਨੂੰ ਗੁਰੂ ਸਾਹਿਬ ਜੀ ਨੂੰ ਬਿਰਾਜਮਾਨ ਕਰਨਾ ਹੈ, ਉੱਥੇ ਲਿਖਿਆ ਹੁੰਦਾ ਸੱਚਖੰਡ। ਅਸੀਂ ਅਰਦਾਸ 'ਚ ਵੀ ਕਈ ਵਾਰ ਕਹਿੰਦੇ ਮਹਾਰਾਜ ਹੁਣ ਸੱਚਖੰਡ 'ਚ ਬਿਰਾਜਮਾਨ ਹੋ। ਜਿੱਥੇ ਸੁਖ ਆਸਣ ਹੋਣਾ ਸੱਚਖੰਡ ਕਹੋ, ਸਤਿਕਾਰ ਨਾਲ ਜ਼ਰੂਰ ਕਹੋ, ਕਿੰਤੂ ਨਹੀਂ। ਜਿੱਥੇ ਪ੍ਰਕਾਸ਼ ਹੈ ਕਿ ਉਹ ਸੱਚਖੰਡ ਨਹੀਂ, ਉੱਥੇ ਵੀ ਤੇ ਮੇਰਾ ਸਾਹਿਬ ਬੈਠਾ। ਪਰ ਇਹ ਸੌਖਾ ਸੀ ਨਾ ਜੀ, ਚਾਰ ਕੰਧਾਂ ਖੜੀਆਂ ਕਰਕੇ ਸੋਹਣੀ ਜੀ ਖੁਸ਼ਬੂਦਾਰ ਵਾਤਾਵਰਨ ਬਣਾ ਕੇ ਸੌਖਾ ਸੀ। ਤੇ ਜਿਹੜੇ ਪੜਾਅ ਗੁਰੂ ਸਾਹਿਬ ਕਹਿ ਰਹੇ ਨੇ, ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਫੇਰ ਸੱਚਖੰਡ, ਇਹ ਤੇ ਪੜਾਅ ਅੰਦਰ ਬਣਾਉਣੇ ਪੈਣੇ ਸੀ। ਗਿਆਨ ਦੀ ਤੇ ਬਿਲਡਿੰਗ ਨਹੀਂ ਬਣਨੀ, ਧਰਮਖੰਡ ਦੀ ਤੇ ਬਿਲਡਿੰਗ ਨਹੀਂ ਬਣਨੀ, ਕੋਈ ਧਰਤੀ ਵੱਖਰੀ ਨਹੀਂ ਲੱਭੀ ਜਾਣੀ ਵੀ ਚਲੋ ਉੱਥੇ ਚਲੇ ਗਏ। ਸ਼ਰਮ ਦੇ ਵਾਸਤੇ ਤੇ ਆਪ ਕੁਝ ਕਰਨਾ ਪੈਣਾ, ਉਹ ਤੇ ਕੋਈ ਵੱਖਰਾ ਨਜ਼ਾਰਾ ਨਹੀਂ ਬਣਨਾ ਬਈ। ਉੱਥੇ ਤੇ ਘੜੀਆ ਸੁਰਤ ਮਤ ਮਨ ਬੁੱਧ ਅੰਦਰ ਦੀ ਖੇਡ ਹੈ ਨਾ ਜੀ, ਸਾਰੀ ਬਾਹਰ ਤੇ ਨਹੀਂ ਹੈ ਸੁਰਤ ਮਤ ਮਨ ਬੁੱਧ। ਅਸਮਾਨ ਵੱਲ ਮੂੰਹ ਕਰਕੇ ਤੇ ਸੱਚਖੰਡ ਨਹੀਂ ਲੱਭਣਾ ਮਿੱਤਰਾ। ਇਹ ਪੰਜੇ ਪੜਾਅ ਆਪਣੇ ਅੰਦਰ ਨੇ, ਤੇ ਉੱਥੇ ਸੱਚਖੰਡ ਵਸੈ ਨਿਰੰਕਾਰੋ ਵਾਕੇ ਵਸਦਾ ਬਈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿੱਦਣ ਅਸੀਂ ਉਸ ਪੜਾਅ ਚੋਂ ਦੀ ਸੁਰਤ ਮਤ ਮਨ ਬੁੱਧ ਨੂੰ ਘੜ ਲਿਆ, ਉਦਣ ਕਰਮ ਬਦਲ ਜਾਣੇ ਹੈ। ਸਾਨੂੰ ਸਮਝ ਪਏਗੀ ਕਿ ਧਰਮ ਕਰਮ ਕੀ ਹੈ ਤੇ ਰੋਜੀ ਰੋਟੀ ਦਾ ਕਰਮ ਕੀ। ਕਰਨੇ ਦੋਨੋਂ ਹੀ ਹੈ, ਛੱਡਣੇ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅਧਿਆਤਮਕ ਰਾਹ ਤੇ ਤੁਰਿਆ ਤੇ ਰੋਜੀ ਰੋਟੀ ਕਮਾਉਣੀ ਛੱਡ ਦੇਣੀ ਹੈ। ਔਰ ਯਕੀਨ ਕਰਨਾ, ਉਦਣ ਟਰੱਕ ਦੀ, ਟਰੈਕਟਰ ਦੀ ਸੀਟ ਤੇ ਬੈਠਾ, ਦੁਕਾਨ ਦੀ ਸੀਟ ਤੇ ਬੈਠਾ, ਦਫ਼ਤਰ ਦੀ ਸੀਟ ਤੇ ਬੈਠਾ ਵੀ ਉਹ ਬੰਦਾ ਗਿਆਨੀ ਹੈ, ਉਹ ਸੰਤ ਹੈ, ਕੋਈ ਸ਼ੱਕ ਨਹੀਂ ਜੀ। ਉਹ ਦੁਨੀਆ ਹੀ ਵੱਖਰੀ ਹੈ। ਤਿੱਥੈ ਭਗਤ ਵਸੈ ਕੇ ਲੋ, ਉਹ ਤੇ ਲੋਕ ਹੀ ਵੱਖਰਾ ਹੈ ਸਾਧ ਸੰਗਤ ਜੀ। ਜਿੱਥੇ ਜਾ ਕੇ ਮਹਾਰਾਜ ਕਹਿੰਦੇ ਸਾਰਾ ਕੁਝ ਵਰਤ ਰਿਹਾ। ਤਿੱਥੈ ਭਗਤ ਵਸੈ ਕੇ ਲੋ ਮਤਲਬ ਲੋਕ। ਇੱਥੋਂ ਤੇ ਟ੍ਰੇਨਿੰਗ ਲੈਣੀ ਹੈ। ਮੈਂ ਤਾਂ ਬੜੀ ਵਾਰੀ ਕਹਿੰਦਾ ਹੁੰਦਾ ਵੀ ਗੁਰਦੁਆਰਾ ਸਾਡਾ ਟ੍ਰੇਨਿੰਗ ਸੈਂਟਰ ਹੈ, ਤੇ ਇੱਥੋਂ ਕਲਾਸਿਸ ਅਪ ਹੁੰਦੇ ਉਸ ਲੋਕ ਵਿੱਚ ਪਹੁੰਚੀਏ ਜਿੱਥੇ ਭਗਤ ਵਸੈ, ਜਿੱਥੇ ਸਿਰਫ ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਨਾ ਜੀ, ਵੇਖੋ ਇਕੱਠਾਂ ਨੂੰ ਸਤਸੰਗ ਨਹੀਂ ਕਿਹਾ, ਇਕੱਠਾਂ ਨੂੰ ਸਤਸੰਗ ਨਹੀਂ ਕਿਹਾ। ਇਕੱਠ ਬੜੇ ਬੜੇ ਵੱਡੇ ਹੁੰਦੇ ਆ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਤਿੱਥੈ ਭਗਤ ਵਸੈ ਕੇ ਲੋ, ਉਸ ਲੋਕ 'ਚ ਭਗਤਾਂ ਦਾ ਵਾਸ ਹੈ। ਮਤਲਬ ਸਿਰਫ ਵਾਹਿਗੁਰੂ ਜੀ ਦੀ ਰੰਗ ਹੀ ਗੋਣੀ ਗੁਣ ਉੱਥੇ। ਉਹ ਕਿਹੜਾ ਲੋਕ ਹੈ ਜੀ, ਇਹ ਦੁਨੀਆ ਤੋਂ ਵੱਖਰੇ ਚਲੇ ਜਾਂਦੇ ਹੋ ਫਿਰ ਭਗਤੀ ਕਰਨ ਵਾਲੇ। ਇੱਥੇ ਸਨ ਬਾਬਾ ਰਵਿਦਾਸ ਜੀ, ਜੁੱਤੀਆਂ ਹੀ ਗੰਢਦੇ ਰਹੇ। ਇੱਥੇ ਸਨ ਬਾਬਾ ਕਬੀਰ ਜੀ, ਇੱਥੇ ਸਨ ਨਾਮਦੇਵ ਜੀ। ਕਿਸੇ ਵੱਖਰੇ ਲੋਕ ਦੀ ਗੱਲ ਹੈ। ਗੁਰਸਿੱਖ ਮਹਾਂਪੁਰਖ ਸਿੱਖੀ ਦੇ ਅੰਦਰ ਬਹੁਤ ਸਾਰੇ
ਕਿਤੇ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਨਾਲ ਮੇਲ ਹੋਇਆ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸਾਰੇ ਗੁਰਮੁਖ ਰੂਹਾਂ ਜੀ। ਉਸ ਤੋਂ ਬਾਅਦ ਅਗਲੇ ਪੜਾਅ 'ਚ ਬੜੀਆਂ ਨਾਮ ਰਸੀਆਂ ਆਤਮਾਵਾਂ, ਕਿਸੇ ਹੋਰ ਦੁਨੀਆ ਤੇ ਨਹੀਂ ਗਏ। ਉਹ ਠੀਕ ਹੈ, ਸਰੀਰ ਕਰਕੇ ਪੰਜਾਂ ਤੱਤਾਂ 'ਚ ਮਿਲਣਾ, ਜੋਤੀ ਜੋਤ ਰਲੀ, ਜਿਹਨੂੰ ਮਹਾਰਾਜ ਨੇ ਕਹਿੰਦਾ ਜਿਉਂਦੇ ਜੀ ਸੱਚਖੰਡ 'ਚ ਪਹੁੰਚੇ ਤੇ ਅੰਤ ਵੀ ਫਿਰ ਉਹ ਸਦਾ ਸਮਾਇਆ, ਜਿਹਨੂੰ ਕਿਹਾ ਸੀ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਜੀਤ, ਸੇਵਕ ਕੀ ਓੜਕ ਨਿਭੀ ਪ੍ਰੀਤ। ਹੁਣ ਇੱਕ ਹੋਰ ਬੇਨਤੀ ਗੁਰਮੁਖੋ, ਅਸੀਂ ਮੰਨ ਲਓ ਅਰਦਾਸ ਕਰ ਦਈਏ ਇੱਥੇ ਵੀ ਮੈਂ ਆਇਆ ਵੀ ਭਾਈ ਸਾਹਿਬ ਜੀ ਮੇਰੇ ਪੁੱਤਰ ਦਾ ਵਿਆਹ ਹੈ, ਮੇਰੀ ਧੀ ਦਾ ਵਿਆਹ ਹੈ, ਜਾਂ ਮੇਰੇ ਬੱਚੇ ਦਾ ਜਨਮ ਦਿਨ ਹੈ, ਤੇ ਤੁਸੀਂ ਅਰਦਾਸ ਕਰ ਦਿਓ ਤੇ ਭਾਈ ਸਾਹਿਬ ਮੇਰੇ ਵਾਸਤੇ ਅਰਦਾਸ ਕਰ ਦੇਣ ਵੀ ਮਹਾਰਾਜ ਜੀ ਇਹਨੂੰ ਜਾਂ ਇਹਦੇ ਬੱਚੇ ਨੂੰ, ਇਹਦੀ ਧੀ ਨੂੰ ਸੱਚਖੰਡ ਵਾਸੀ ਬਣਾਈ। ਅਸੀਂ ਤਾਂ ਗੁੱਸਾ ਕਰ ਲੈਣਾ, ਸੱਚਖੰਡ 'ਚ ਵਾਸਾ ਦੇਈ, ਅਸੀਂ ਤਾਂ ਗੁੱਸਾ ਕਰ ਲੈਣਾ, ਕਿਉਂਕਿ ਸਾਡੇ ਮਨ 'ਚ ਤੇ ਉਕਰਿਆ ਹੋਇਆ ਵੀ ਸੱਚਖੰਡ ਵਸਣ ਦਾ ਮਤਲਬ ਮਰ ਗਏ ਇੱਥੋਂ। ਜਦੋਂ ਮਰ ਗਏ ਉਦੋਂ ਝੂਠ ਬੋਲਿਆ ਸਾਡੇ ਨਾਲ ਵੀ ਸੱਚਖੰਡ ਚਲੇ ਗਏ, ਝੂਠ ਬੋਲਿਆ ਸਾਧ ਸੰਗਤ, ਸਾਨੂੰ ਨਹੀਂ ਪਤਾ। ਉਹ ਤੇ ਤਾਂ ਸੀ ਵੀ ਜੇ ਜੀਵਤ ਸਾਹਿਬ ਸੇਵਿਆ ਆਪਣਾ, ਜੇ ਪੜਾਅ ਦਰ ਪੜਾਅ ਕਿਤੇ ਆਪ ਪਹੁੰਚਿਆ ਹੁੰਦਾ, ਫਿਰ ਉਹ ਇੰਨਾ ਖਤਰਨਾਕ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਭਾਈ ਮੇਰੀ ਧੀ, ਮੇਰਾ ਬੱਚਾ, ਮੇਰਾ ਪਿਓ, ਮੈਂ ਜਿਹਦੇ ਵਾਸਤੇ ਅਰਦਾਸ ਕਰਾਉਣ ਆਇਆ, ਤੇ ਤੂੰ ਭਾਈ ਸਾਹਿਬ ਪਹਿਲਾਂ ਹੀ ਕਹਿ ਦਿੱਤਾ ਵੀ ਇਹ ਸੱਚਖੰਡ 'ਚ ਵਾਸਾ ਦਿਓ। ਕਿਉਂਕਿ ਅਸੀਂ ਤੇ ਮੌਤ ਨੂੰ ਹੀ ਸੱਚਖੰਡ ਸਮਝੀ ਬੈਠੇ ਹਾਂ, ਅਸੀਂ ਤੇ ਇੱਕ ਕਮਰੇ ਨੂੰ ਸੱਚਖੰਡ ਸਮਝੀ ਬੈਠੇ ਹਾਂ। ਜਪਜੀ ਸਾਹਿਬ ਨੂੰ ਜਿਹੜਾ ਸਾਨੂੰ ਬਾਣੀ 'ਚ ਬਚਨ ਕਿਹਾ ਨਾ, ਮਹਾਰਾਜ ਨੇ ਕਹਿੰਦੇ ਬਾਣੀ ਪੜ੍ਹ ਰਸ ਲੈ ਕੇ, ਪਰ ਇੱਕ ਗੱਲ ਚੇਤੇ 'ਚ ਰੱਖੀ, ਸਿਰਫ ਬਾਣੀ ਪੜ੍ਹਨ ਦੀ ਦੌੜ 'ਚ ਨਾ ਰਹੀ, ਬਾਣੀ ਬਣਨ ਦਾ ਯਤਨ ਕਰੀ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਬਣੀ ਹੈ। ਇਸ ਲਈ ਸਾਨੂੰ ਬਾਹਰੋਂ ਧਰਮੀ ਦਿਸਣਾ ਸੌਖਾ ਹੈ, ਧਰਮੀ ਬਣਨਾ ਔਖਾ ਹੈ। ਮਹਾਰਾਜ ਕਹਿ ਰਹੇ ਆ ਕਰਮਖੰਡ ਕੀ ਬਾਣੀ ਜ਼ੋਰ, ਕੁਦਰਤੀ ਹੈ, ਉਹਦੀ ਬਖਸ਼ਿਸ਼ ਦਾ ਬਲ ਤੇ ਵੱਖਰਾ ਹੀ ਹੈ। ਜ਼ੋਰ ਮਤਲਬ ਤਾਕਤ, ਕਰਮ ਮਤਲਬ ਰਹਿਮਤ, ਬਖਸ਼ਿਸ਼। ਉੱਥੇ ਕਿੱਦਾਂ ਦਾ ਜ਼ੋਰ ਹੈ ਜੀ? ਮਹਾਰਾਜ ਨੇ ਇੱਕ ਸ਼ਬਦ ਵਰਤਿਆ ਪੇੜ, ਜ਼ਿੰਦਗੀ ਦੀ ਨੇ ਇੱਕ ਸ਼ਬਦ ਵਰਤਿਆ ਪੇੜ। ਪੇੜ ਕਿੱਥੇ ਹੁੰਦਾ ਸੀ? ਜਿੱਥੇ ਪਹਿਲਵਾਨ ਦੰਗਲ ਕਰਦੇ ਸੀ, ਪਹਿਲਵਾਨ ਘੁਲਦੇ ਸੀ ਜਿੱਥੇ। ਤੇ ਸਤਿਗੁਰ ਬਾਣੀ 'ਚ ਸ਼ਬਦ ਵਰਤਦੇ, ਕਹਿੰਦੇ ਜਦੋਂ ਕਰਮਖੰਡ 'ਚ ਪਹੁੰਚਿਆ ਉਹਨੇ ਜ਼ੋਰ ਦਿੱਤਾ ਤੇ ਮੈਂ ਪਿੜ ਜਿੱਤ ਲਿਆ। ਮੇਰੀ ਕੁਸ਼ਤੀ ਸੀ, ਤੇ ਕੁਸ਼ਤੀ ਵੀ ਉਹਨਾਂ ਨਾਲ ਸੀ ਜਿਹੜੇ ਮੈਨੂੰ ਅੰਦਰੋਂ ਢਾਹ ਰਹੇ ਸੀ, ਮੈਨੂੰ ਅੰਦਰੋਂ ਢਾਹ ਰਹੇ ਸੀ। ਮੈਨੂੰ ਮਜਬੂਰ ਕੀਤਾ ਵੀ ਸੱਜਣਾ ਉਹ ਕਿਸੇ ਦਾ ਤਨ ਹੈ ਤੇ ਤੂੰ ਅੱਖਾਂ ਫੇਰ ਕੇ ਕਿਸੇ ਦੇ ਤਨ ਵੱਲ ਵੇਖ। ਬੜਾ ਕਿਹਾ ਮਨ ਨੂੰ, ਪਰ ਉਹ ਇੰਨਾ ਬਲਵਾਨ ਸੀ ਨਾ, ਅੰਦਰਲਾ ਪਹਿਲਵਾਨ ਸੀ ਜਿਹੜਾ, ਉਹਨੇ ਮਜਬੂਰ ਕੀਤਾ। ਮੇਰਾ ਮਨ, ਮੇਰੀਆਂ ਅੱਖਾਂ ਮੈਲੀਆਂ ਹੋ ਕੇ ਤਨ ਵੇਖਣ ਲੱਗ ਪਈਆਂ। ਮੈਂ ਇੰਨਾ ਮਜਬੂਰ ਹੋਇਆ, ਇੰਨਾ ਅੰਦਰੋਂ ਹਾਰਿਆ ਕਿ ਮੇਰਾ ਜੀ ਨਹੀਂ ਸੀ ਕਰਦਾ, ਮੈਂ ਫਿਰ ਵੀ ਦਾ ਲੱਗਦਾ ਚੋਰੀ ਕਰ ਲਈ। ਹੁਣ ਵੇਖੋ ਸਾਧ ਸੰਗਤ, ਬਾਹਰ ਛੱਡ ਦਈਏ, ਆ ਸਾਡੇ ਕੋਲ ਸਾਰਿਆਂ ਦੀ ਜੇਬ 'ਚ ਮੋਬਾਈਲ ਪਏ ਆ। ਅਸੀਂ ਆਪਣੇ ਆਪ ਨੂੰ, ਚਲੋ ਮੈਂ ਵੀ ਪੁੱਛਦਾ, ਤੁਸੀਂ ਵੀ ਆਪਣੇ ਆਪ ਨੂੰ ਇੱਕ ਛਿਨ ਲਈ ਪੁੱਛੋ, ਅਸੀਂ ਇਸ ਮੋਬਾਈਲ ਦੀ ਬਹੁਤੀ ਵਰਤੋਂ ਜਦੋਂ ਟਾਈਮ ਲੱਗੇ ਕਾਹਦੇ ਲਈ ਕਰਦੇ ਹਾਂ? ਸਾਡਾ ਮਨ ਕਿੱਧਰ ਰੁਚਿਤ ਕਰਦਾ? ਕਿਉਂਕਿ ਇੰਨੇ ਕੁ ਟੁਕੜੇ ਦੇ ਵਿੱਚ ਸੰਸਾਰ ਪਿਆ ਹੋਇਆ, ਬ੍ਰਹਿਮੰਡ ਪਿਆ ਹੋਇਆ, ਤੇ ਇੱਥੋਂ ਤੱਕ ਵੀ ਅੰਮ੍ਰਿਤ ਵੀ ਪਿਆ ਤੇ ਜ਼ਹਿਰ ਵੀ ਪਿਆ। ਸਾਡਾ ਮਨ ਕਿੱਧਰ ਨੂੰ ਕਰਦਾ ਇਹਨੂੰ ਲਿਜਾਣ ਲਈ? ਸਵੇਰੇ ਉੱਠਦੇ ਹਾਂ, ਰਾਤ ਸੌਂਦੇ ਹਾਂ, ਜ਼ੋਰ ਹੈ ਨਾ ਅੰਦਰਲੇ ਦਾ। ਉਹ ਕਹਿੰਦਾ ਨਹੀਂ ਇੱਕ ਵਾਰੀ ਉਂਗਲ ਮਾਰ ਕੇ ਵੇਖਾਂ ਭਲਾ ਕੀ ਹੋਇਆ, ਵੇਖ ਲਈਏ ਭਲਾ। ਤੇ ਜਦੋਂ ਇੱਕ ਵਾਰੀ ਵੇਖਣ ਲੱਗ ਜਾਂਦਾ ਡੁੱਬ ਜਾਂਦਾ, ਗੁਆਚ ਜਾਂਦਾ। ਹੁਣ ਹੋਇਆ ਕੀ ਵੀ ਕੋਈ ਜ਼ੋਰ ਵਾਲਾ ਅੰਦਰ ਹੈ ਜਿਹੜਾ ਮੈਨੂੰ ਧੱਕ ਕੇ ਇਸ ਪਾਸੇ, ਮੈਨੂੰ ਮਨ ਨੂੰ ਕਹਿ ਰਿਹਾ ਵੀ ਕੋਈ ਗੱਲ ਨਹੀਂ, ਤੂੰ ਮਾਰ ਲੱਭ, ਇਹਦੇ ਚੋਂ ਕੀ ਲੱਭਦਾ ਭਲਾ, ਕਰ ਸਰਚ। ਕਿਸੇ ਦੀ ਲੜਾਈ ਹੋਵੇ, ਕਿਸੇ ਦਾ ਕੋਈ ਔਗਣ ਹੋਵੇ, ਰੰਗ ਤਮਾਸ਼ੇ ਹੋਣ, ਵਿਸ਼ੇ ਵਿਕਾਰ ਹੋਣ, ਰੁਚਤ ਹੁੰਦੇ ਆ ਜੀ। ਜ਼ੋਰ, ਕਰਮਖੰਡ ਕੀ ਬਾਣੀ ਜ਼ੋਰ, ਇਹ ਜ਼ੋਰ ਬਹੁਤ ਤਗੜੇ ਆ। ਬਾਹਰ ਵਾਲੇ ਮੈਨੂੰ ਨਚਾਉਂਦੇ ਆ ਜੀ, ਮੈਂ ਕੀ ਕਰਾਂ? ਅਵਰ ਪੰਚ ਹਮ
ਏਕ ਜਨਾ। ਕਦੀ ਲਾਲਚ, ਇੱਕ ਚੀਜ਼ ਨੂੰ ਮਾਰਦਾ ਦੂਜੀ। ਹੁਣ ਮੰਨ ਲਓ ਵੀ ਮੈਂ ਕਹਿੰਦਾ ਮੈਂ ਬੜਾ ਇਮਾਨਦਾਰ ਹਾਂ ਕਿ ਮੇਰਾ ਕਰੈਕਟਰ ਬੜਾ ਵਧੀਆ ਜੀ, ਮੈਂ ਦਾਅਵੇ ਕਰਦਾ ਮੇਰਾ ਕਰੈਕਟਰ ਬੜਾ ਉੱਚਾ। ਹੋ ਸਕਦਾ ਇਸੇ ਗੱਲ ਦਾ ਅੰਦਰ ਹੰਕਾਰ ਬੜਾ ਹੋਵੇ ਵੀ ਬਾਕੀ ਲੋਕੀ ਕਮਲੇ ਹੀ ਹੈ, ਮੈਂ ਸਿਆਣਾ ਬੜਾ, ਮੈਂ ਚੰਗਾ ਬੜਾ। ਦੂਜੇ ਨੇ ਸਿਰ ਚੁੱਕ ਲਿਆ ਨਾ। ਹੋ ਸਕਦਾ ਵੀ ਮੈਂ ਲੋਭੀ ਨਾ ਹੋਵਾਂ ਜੀ, ਮੈਂ ਬਹੁਤ ਇਮਾਨਦਾਰ ਹਾਂ, ਮੈਂ ਕੋਈ ਪੈਸਾ ਨਹੀਂ ਲੈਂਦਾ, ਬਹੁਤ ਇਮਾਨਦਾਰ ਹਾਂ, ਮੈਂ ਬੜੇ ਸਬਰ ਸੰਤੋਖ ਵਾਲਾ। ਹੋ ਸਕਦਾ ਕ੍ਰੋਧ ਇੰਨਾ ਹੋਵੇ ਵੀ ਘਰ ਹੀ ਲੜਾਈ ਪਾਈ ਰੱਖੇ। ਹੁਣ ਉਹ ਪੰਜਾਂ ਚੋਂ ਕੋਈ ਨਾ ਕੋਈ ਇੰਨਾ ਬਲਵਾਨ ਹੈ ਵੀ ਮੈਨੂੰ ਮੱਤ ਮਾਰੀ ਹੋਈ ਹੈ, ਜ਼ਿੰਦਗੀ ਬਰਬਾਦ ਕਰ। ਇੱਕ ਛਿਨ ਵਾਸਤੇ ਕ੍ਰੋਧ ਆਇਆ, ਇੱਕ ਸੈਕਿੰਡ ਦਾ ਕ੍ਰੋਧ ਹੁੰਦਾ ਤੇ ਬੰਦੇ ਦੀਆਂ ਪੀੜ੍ਹੀਆਂ ਜਿਹੜੀਆਂ ਉਹ ਫਿਰ ਉਹਦਾ ਮੁੱਲ ਤਾਰਦੀਆਂ। ਜਦੋਂ ਕੋਈ ਸਿਰ ਵੱਢਦਾ ਕਿਸੇ ਦਾ, ਗੱਲ ਤੇ 5 ਮਿੰਟ ਦੀ ਹੁੰਦੀ ਹੈ ਨਾ। ਕ੍ਰੋਧ ਆਇਆ, ਸਿਰ ਪਾੜਤਾ, ਕੰਮ ਮੁੱਕ ਗਿਆ। ਬੜੇ ਬਲਵਾਨ ਨੇ ਜੀ। ਅਵਰ ਪੰਚ ਹਮ ਏਕ ਜਨਾ। ਕੀ ਕਰਾਂ ਮੈਂ? ਕਿਉਂ ਰਾਖੈ ਘਰ ਬਾਹਰ ਮਨਾ। ਮੈਂ ਕਿਵੇਂ ਆਪਣਾ ਆਪ ਬਚਾਵਾਂ ਜੀ? ਮੈਂ ਤੇ ਲੁੱਟਿਆ ਜਾ ਰਿਹਾ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ। ਉਹ ਤਾਂ ਮੈਨੂੰ ਲੁੱਟ ਰਹੇ ਆ। ਮੇਰਾ ਦਿਨ ਰਾਤ ਲੁੱਟਿਆ ਗਿਆ, ਮੇਰਾ ਚੈਨ ਲੁੱਟਿਆ ਗਿਆ, ਮੇਰੀ ਸ਼ਾਂਤੀ ਲੁੱਟੀ ਗਈ, ਮੇਰੇ ਘਰ ਦਾ ਸੁੱਖ ਆਰਾਮ ਲੁੱਟਿਆ ਗਿਆ। ਇੰਨੀ ਅੰਦਰ ਕੁੜੱਤਣ, ਇੰਨਾ ਅੰਦਰ ਜ਼ਹਿਰ, ਇੰਨਾ ਕ੍ਰੋਧ, ਇੰਨਾ ਹੰਕਾਰ। ਬੰਦਾ ਕੌਣ ਨਹੀਂ ਚਾਹੁੰਦਾ ਵੀ ਮੇਰੇ ਘਰ ਸ਼ਾਂਤੀ ਸੁੱਖ ਹੋਵੇ? ਕੌਣ ਨਹੀਂ ਚਾਹੁੰਦਾ ਮੈਂ ਸਮਾਜ 'ਚ ਚੰਗਾ ਬਣ ਕੇ ਵਿਚਰਾਂ? ਪਰ ਪਤਾ ਨਹੀਂ ਲੱਗਿਆ ਜੀ, ਮੈਨੂੰ ਪਤਾ ਨਹੀਂ ਲੱਗਿਆ ਕਦੋਂ ਮੈਂ ਬੋਲ ਦਿੱਤਾ, ਕਦੋਂ ਮੈਂ ਰਿਸ਼ਤੇ ਟੁੱਟ ਗਏ, ਮਾਂ ਪਿਓ ਨਾਲ ਟੁੱਟ ਗਿਆ, ਤਲਾਕ ਤੱਕ ਨੌਬਤ ਆ ਗਈ। ਕੀ ਹੋ ਜਾਂਦਾ ਬੰਦੇ ਨਾਲ? ਕੀ ਕਰਾਂ ਮਹਾਰਾਜ ਮੈਂ? ਅਵਰ ਪੰਚ ਹਮ ਏਕ ਜਨਾ, ਕਿਉਂ ਰਾਖਿਆ ਘਰ ਬਾਹਰ ਮਨਾ। ਮਾਰੈ ਲੁੱਟੈ ਅੰਮ੍ਰਿਤ ਲੁੱਟ ਰਿਹਾ, ਮਨਮੁਖ ਨਹੀਂ ਬੁੱਝ ਰਿਹਾ ਮੇਰਾ। ਉਹ ਬਾਣੀ 'ਚ ਕਿਹਾ ਨਾ ਨੌਵੇਂ ਪਾਤਸ਼ਾਹ ਮਹਾਰਾਜ ਨੇ, ਮਾਈ ਮਨ ਮੇਰੋ ਬਸ ਨਾਏ, ਨਿਸਬਾਸਰ ਬਿਖਿਅਨ ਕੋ ਧਾਵਤ। ਇੱਧਰ ਅੰਮ੍ਰਿਤ ਹੈ, ਇੱਧਰ ਜ਼ਹਿਰ ਹੈ, ਤੇ ਇਹ ਦਿਨ ਰਾਤ ਸੰਗਲ ਤੜਾ ਕੇ ਜ਼ਹਿਰ ਵੱਲ ਜਾਂਦਾ ਹੈ। ਨਿਸਬਾਸਰ ਬਿਖਿਅਨ ਕੋ ਧਾਵਤ, ਕਿਹ ਬਿਦ ਰੋਕੋ ਤਾਹੇ। ਮੰਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ। ਪਰਾਇਆ ਰੂਪ ਤੱਕਦੀਆਂ। ਪਰਦਾਰਾ ਨਿੰਦਿਆ ਰਸ ਰਚਿਓ, ਨਾਮ ਭਗਤ ਨੇ ਕੀਨੀ। ਤੇ ਜਿਹੜਾ ਬਖਸ਼ਿਸ਼ ਦਾ ਖੰਡ ਹੈ ਨਾ, ਤੂੰ ਸ਼ਰਮ ਖੰਡ ਵਿੱਚੋਂ ਉਦਮ ਕਰ, ਪੈਰ ਪੁੱਟ। ਗੁਰੂ ਜਦੋਂ ਇਹ ਦਿਨ ਕਿਰਿਆਸ਼ੀਲ ਹੋਏਗਾ ਨਾ, ਘੜੀਆ ਸੁਰਤ ਮਤ ਮਨ ਬੁੱਧ, ਉਹਨੇ ਇੰਨਾ ਘੜ ਦੇਣਾ, ਐਡੀ ਬਖਸ਼ਿਸ਼ ਵਰਤਣੀ ਹੈ। ਮਹਾਰਾਜ ਕਹਿੰਦੇ ਫਿਰ ਤੇਰੇ ਅੰਦਰ ਜ਼ੋਰ ਆ ਜਾਣਾ। ਜਿਹੜੇ ਤੈਨੂੰ ਨਚਾਉਂਦੇ ਸੀ ਨਾ, ਹੈ ਨਾ, ਲੋਕਾਂ ਨੂੰ ਮਾਇਆ ਵਸ 'ਚ ਕਰਦੀ ਹੈ, ਤੇ ਭਗਤਾਂ ਨੇ ਮਾਇਆ ਵਸ ਵਿੱਚ ਕੀਤੀ। ਕਿੱਥੋਂ ਆਇਆ ਜ਼ੋਰ ਉਹਨਾਂ 'ਚ ਜੀ? ਬਾਬਾ ਕਬੀਰ ਸਾਹਿਬ ਦੇ ਅੰਦਰ ਲੋਭ ਨਹੀਂ ਆਉਂਦਾ। ਬਾਬਾ ਰਵਿਦਾਸ ਜੀ ਦੇ ਅੰਦਰ, ਉਹਨਾਂ ਨੂੰ ਕਹਿੰਦੇ ਕੋਈ ਦੇ ਗਿਆ ਸੀ ਪਾਰਸ, ਤੇ ਕਹਿੰਦੇ ਉੱਥੇ ਕਈ ਵਰਿਆਂ ਬਾਅਦ ਆਇਆ, ਕਹਿੰਦੇ ਰੱਖ ਗਿਆ ਜਿੱਥੇ ਲੱਭ ਲੈ ਭਾਈ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਛਲ ਲਏ ਜੀ ਜਿਹਨੇ। ਪਰ ਕਮਾਲ ਹੈ, ਭਗਤ ਨਹੀਂ ਛਲਿਆ ਗਿਆ, ਉਹਦੇ ਕੋਲ ਬੜਾ ਜ਼ੋਰ ਹੈ। ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਗਿਆ, ਭਗਤ ਨਹੀਂ ਛਲਿਆ ਗਿਆ। ਮਹਾਰਾਜ ਕਹਿੰਦੇ ਵੀ ਜ਼ੋਰ ਕੀ ਹੈ? ਬਖਸ਼ਿਸ਼। ਬਖਸ਼ਿਸ਼ ਕਿੱਥੋਂ ਸ਼ੁਰੂ ਹੋਈ? ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ। ਉਦਮ ਕਿਰਿਆਸ਼ੀਲ ਹੋਇਆ। ਉਹਨੇ ਜਦੋਂ ਤੂੰ ਪੈਰ ਪੁੱਟਿਆ, ਉਹਨੇ ਸੁਰਤ ਮਤ ਮਨ ਬੁੱਧ ਘੜੀ। ਮਤਲਬ ਹੀ ਨਹੀਂ ਹੁਣ ਪੁੱਠੇ ਪਾਸੇ ਨੂੰ ਸਰੀਰ ਚਲਿਆ ਜਾਏ, ਮਨ ਚਲਿਆ ਜਾਏ। ਤਿੱਥੈ ਹੋਰ ਨਾ ਕੋਈ ਹੋਰ। ਅਗਲੀ ਗੱਲ ਵੇਖੋ, ਜਿਹੜਾ ਆਪਾਂ ਪਹਿਲਾਂ ਪੰਕਤੀ ਵਰਤੀ ਸੀ, ਤੇਰਾ ਜ਼ੋਰ ਤੇਰੀ ਮਨ ਟੇਕ, ਹੋਰ ਨਾ ਕੋਈ ਹੋਰ। ਮਤਲਬ ਦੂਜੀ ਗੱਲ ਇਹ ਵਰਤੀ ਵੀ ਨਿਸ਼ਚਾ ਇੰਨਾ ਪੱਕਾ ਹੋ ਗਿਆ, ਹੋਰ ਕਿਸੇ ਪਾਸੇ ਭਟਕਦਾ ਹੀ ਨਹੀਂ ਮਨ ਹੁਣ। ਇੱਕ ਬਚਨ ਪੜ੍ਹਦੇ ਹੁੰਦੇ ਆ, ਗੁਣ ਇਹੋ, ਅੱਗੇ ਜੀ ਗੁਣ ਇਹੋ ਹੋਰ ਨਾ ਹੀ ਕੋਈ। ਇਹਦਾ ਮਤਲਬ ਕੀ ਹੋਇਆ? ਵੀ ਇਹੀ ਗੁਣ ਹੈ, ਵੀ ਇੱਕੋ ਹੀ ਗੁਣ ਹੈ ਤੇ ਹੋਰ ਕੋਈ ਗੁਣ ਨਹੀਂ। ਨਹੀਂ, ਤੇਰਾ ਇਹੀ ਸਭ ਤੋਂ ਵੱਡੀ ਬਖਸ਼ਿਸ਼, ਇਹੀ ਵੱਡਾ ਗੁਣ ਹੈ ਵੀ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਪਹਿਲਾਂ ਸੀ, ਨਾ ਕਦੀ ਅੱਗੇ ਹੋਣਾ।
ਠੀਕ ਹੈ, ਸਾਨੂੰ ਸਮਝਾਉਣ ਵਾਸਤੇ ਕਰੋੜਾਂ ਦੇਵਤਿਆਂ ਦਾ ਜ਼ਿਕਰ ਹੋਵੇ, ਕਰੋੜਾਂ ਕਹਾਣੀਆਂ ਹੋਣ, ਪਰ ਸਿੱਖ ਦੀ ਸੋਚ ਕਿੱਥੇ ਟਿਕੀ ਹੋਈ ਹੈ? ਨਾ ਕੋ ਹੋਆ, ਨਾ ਕੋਈ ਪਹਿਲਾਂ ਸੀ, ਅਸੀਂ ਨਹੀਂ ਜਾਣਦੇ। ਮੈਂ ਨਾ ਗਨੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬੂ ਨਾ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੇਰੀ ਪ੍ਰਗਵੰਸ। ਮੈਂ ਕੀ ਲੈਣਾ ਜੀ? ਨਾ ਕੋ ਹੋਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਨਾ ਕੋ ਹੋਏ, ਤਿੱਥੈ ਹੋਰ ਨਾ ਕੋਈ ਹੋਰ। ਤੇ ਉਸ ਬਖਸ਼ਿਸ਼ ਦਾ ਜ਼ੋਰ ਕੈਸਾ ਹੈ? ਤਿੱਥੈ ਜੋਧ ਮਹਾਬਲ ਸੂਰ। ਇਹ ਦੋ ਪੰਕਤੀਆਂ ਨੂੰ ਸੁਣਿਓ ਜੀ ਧਿਆਨ ਨਾਲ। ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ। ਦੋ ਗੱਲਾਂ ਨੇ। ਹੁਣ ਜਦੋਂ ਅਸੀਂ ਯੋਧਿਆਂ ਦਾ ਜ਼ਿਕਰ ਕਰਦੇ ਹਾਂ, ਸੂਰਮਿਆਂ ਦਾ ਜ਼ਿਕਰ ਕਰਦੇ ਹਾਂ, ਤੇ ਅਸੀਂ ਕਹਾਂਗੇ ਵੀ ਬਹੁਤੇ ਬੰਦੇ ਮਾਰੇ ਸੀ ਹਿਟਲਰ ਨੇ, ਬੜਾ ਤਗੜਾ ਬੰਦਾ ਸੀ ਉਹ, ਬੜਾ ਤਾਕਤਵਰ ਸੀ ਉਹ। ਚੰਗੇਜ਼ ਖਾਨ ਨੇ, ਔਰੰਗਜ਼ੇਬ ਨੇ, ਅਸੀਂ ਕਹਾਂਗੇ ਬੜੇ ਤਾਕਤਵਰ ਸੀ ਉਹ। ਉਹਨਾਂ ਦੇ ਜਿਹੜੇ ਸਾਹਮਣੇ ਲੜਨ ਵਾਲੇ ਉਹ ਕਮਜ਼ੋਰ ਹੋਣਗੇ, ਉਹ ਬਹੁਤੇ ਤਾਕਤਵਰ ਹੋਣਗੇ ਮਾਰਨ ਵਾਲੇ। ਗੁਰੂ ਸਾਹਿਬ ਜੀ ਨੇ ਦੋ ਗੱਲਾਂ ਕੀਤੀਆਂ, ਕਹਿੰਦੇ ਵੀ ਮਹਾਬਲ ਵਾਲੇ ਹੁੰਦੇ ਆ, ਜਿੱਥੋਂ ਬਖਸ਼ਿਸ਼ ਦਾ ਦਰ ਸ਼ੁਰੂ ਹੁੰਦਾ, ਪਰ ਨਾਲ ਕੀ ਹੁੰਦਾ, ਉਹ ਜਿਹੜੇ ਮਹਾਬਲ ਵਾਲੇ ਨੇ ਨਾ, ਜਿਹੜੇ ਕੀ ਕਰਦੇ ਆ, ਉਹ ਪੰਜਾਂ ਨੂੰ ਜਿੱਤਣ ਦੀ, ਬਾਕੀ ਤੇ ਹਾਰ ਗਏ ਪੰਜਾਂ ਦੇ ਅੱਗੇ, ਜ਼ੋਰ ਪਿਆ ਮਨ ਦੇ ਅੱਗੇ, ਹਾਰ ਗਏ। ਜਿਹੜੀ ਸਾਨੂੰ ਪਹਿਲਾਂ ਦੱਸੀ ਸੀ, ਮਨ ਜੀਤੈ ਜਗ ਜੀਤ, ਤੇ ਮਨ ਜਿੱਤਣ ਤੱਕ ਕਦੋਂ ਪਹੁੰਚਣਾ? ਕਰਮਖੰਡ ਕੀ ਬਾਣੀ ਜ਼ੋਰ, ਤੇਰੀ ਬਖਸ਼ਿਸ਼ ਦੇ ਜ਼ੋਰ ਨਾਲ। ਬਾਣੀ ਮਤਲਬ, ਵੈਸੇ ਕਈ ਵਾਰ ਅਸੀਂ ਸਮਝਦੇ ਹਾਂ ਬਾਣੀ ਦਾ ਮਤਲਬ ਵੀ ਬੋਲ ਬਾਣੀ, ਨਹੀਂ। ਇੱਥੇ ਬਾਣੀ ਦਾ ਅਰਥ ਹੈ ਵੀ ਤੇਰਾ ਵਰਤਾਰਾ, ਜਿਹੜਾ ਸਮੁੱਚਾ ਵਰਤਾਰਾ ਹੈ, ਉਹ ਕੀ ਹੈ? ਤੇਰਾ ਬਲ ਵਰਤ ਰਿਹਾ ਪਾਤਸ਼ਾਹ। ਅਸੀਂ ਕਹਿੰਦੇ ਹਾਏ ਮਨ ਕਿੱਦਾਂ ਜਿੱਤੀ। ਅੱਜ ਸਾਰੀ ਸਮੱਸਿਆ ਕੀ ਹੈ ਜੀ? ਮਾਯੂਸੀ, ਸਟ੍ਰੈਸ, ਡਿਪਰੈਸ਼ਨ, ਚਿੰਤਾਵਾਂ। ਇਹ ਕੀ ਹੈ? ਮਨ ਨਹੀਂ ਜਿੱਤਿਆ ਜਾ ਰਿਹਾ। ਤੇ ਜੇ ਮਨ ਜਿੱਤਿਆ ਹੋਵੇ ਫਿਰ ਫਰਕ ਨਹੀਂ ਪੈਂਦਾ ਵੀ ਅਮੀਰੀ ਹੈ, ਗਰੀਬੀ ਹੈ, ਰੋਗ ਹੈ ਕਿ ਤੰਦਰੁਸਤੀ ਹੈ, ਕੀ ਫਰਕ ਪੈਂਦਾ ਜੀ? ਜੰਗਲਾਂ 'ਚ ਬੈਠੇ ਆ, ਸਰੀਰ ਵੱਡੇ ਹੋਏ ਆ, 40,000 ਸਿੰਘਾਂ ਦੇ ਸਰੀਰ ਆਲੇ ਦੁਆਲੇ ਕੋਪਰ ਹੀੜਾ, ਕਮਾਲ ਹੋ ਗਈ ਹੈ। ਇਹ ਹੈ ਕਰਮਖੰਡ ਕੀ ਬਾਣੀ ਜ਼ੋਰ। ਤੇ ਉਹ ਯੋਧੇ ਕਿੱਦਾਂ ਦੇ ਨੇ? ਹਿਟਲਰ ਤੇ ਚੰਗੇਜ਼ ਵਰਗੇ ਨਹੀਂ, ਉਹ ਯੋਧੇ ਨੇ ਤਿੰਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਅੰਦਰ ਵਾਹਿਗੁਰੂ ਵਰਤ ਰਿਹਾ। ਜਿਹੜਾ ਦਸਮ ਪਾਤਸ਼ਾਹ ਜੀ ਦੇ ਵੇਲੇ ਅਸੀਂ ਨਾ, ਕੁਝ ਲੋਕੀ ਕਹਿੰਦੇ ਵੀ ਮਾਫੀ ਮੰਗ ਕੇ ਕਹਿੰਦਾ ਸਾਧ ਸੰਗਤ ਵੀ ਦਸਮ ਪਾਤਸ਼ਾਹ ਸੂਰਮੇ ਬਣਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਭਗਤ ਬਣਾਉਂਦੇ ਆ। ਨਹੀਂ ਨਹੀਂ ਭਾਈ, ਸੂਰਮਾ ਤੇ ਭਗਤ, ਜਿਹਨੂੰ ਮੀਰੀ ਤੇ ਪੀਰੀ ਕਹਿੰਦੇ ਆ, ਆਹ ਜਿਹੜੀਆਂ ਪੰਕਤੀਆਂ ਨੇ, ਆਰੰਭ ਇੱਥੋਂ ਐਨ ਜਪਜੀ ਸਾਹਿਬ ਤੋਂ ਆਰੰਭ ਹੈ। ਯੋਧੇ ਵੀ ਨੇ ਤੇ ਰੱਬ ਵੀ। ਅਸੀਂ ਕਹਿੰਦੇ ਜਿਹਦੇ ਅੰਦਰ ਰੱਬ ਹੈ ਉਹ ਭਗਤ ਹੈ, ਤੇ ਜਿਹੜਾ ਸ਼ਸਤਰ ਲੈ ਕੇ ਲੜ ਰਿਹਾ ਉਹ ਯੋਧਾ ਮਹਾਬਲੀ ਹੈ। ਨਹੀਂ ਭਾਈ, ਉਹ ਯੋਧੇ, ਉਹ ਪੀਰੀ, ਉਹ ਮੀਰੀ ਜਿਹਦੇ ਅੰਦਰ ਪੀਰੀ। ਪੀਰੀ ਮਤਲਬ ਅੰਦਰ ਵਾਹਿਗੁਰੂ ਜੀ ਦਾ ਵਸਣਾ, ਭਗਤੀ ਭਾਵ, ਤੇ ਮੀਰੀ ਮਤਲਬ ਸੂਰਮੇ ਹੋਣਾ। ਤੇ ਇੱਥੇ ਸੂਰਮੇ ਹੋਣ ਦੀ ਵਿਆਖਿਆ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਇੱਕ ਇੱਕ ਅੱਖਰ 'ਚ ਸਮੁੱਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ, ਸਮੁੱਚੀ ਸਿੱਖੀ ਦੀ ਵਿਚਾਰਧਾਰਾ ਇੱਕ ਇੱਕ ਪੰਕਤੀ 'ਚ ਹੈ ਜਪਜੀ ਸਾਹਿਬ ਦੇ ਅੰਦਰ। ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਸੂਰਮੇ ਬਣਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਭਗਤ ਬਣਾਉਂਦੇ ਆ। ਜੋਧ ਮਹਾਬਲ ਸੂਰ, ਬਖਸ਼ਿਸ਼ ਦੇ ਖੰਡ ਵਿੱਚ ਜਾ ਕੇ ਜਿੱਤਣ ਵਾਲੇ, ਅੰਦਰੋਂ ਬਾਹਰੋਂ ਜਿੱਤਣ ਵਾਲੇ, ਮਨ ਜੀਤਾ ਤੱਕ ਪਹੁੰਚਣ ਵਾਲੇ। ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਕਮਾਲ ਹੋ ਗਈ। ਹਾਂ ਗੁਸਾਈ ਦਾ ਪਹਿਲਵਾਨੜਾ, ਜੋਧ ਮਹਾਬਲ ਸੂਰ। ਤੇ ਕਾਹਦੇ ਆਸਰੇ ਪਹਿਨ ਵਾਲਣਾ? ਮੇਰੇ ਗੁਰੂ ਨੇ ਥਾਪੜਾ, ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਇਸ ਵਾਸਤੇ ਮੈਂ ਪਹਿਲਵਾਨ ਹਾਂ। ਵਾਹ ਵਾਹ, ਐਦਾਂ ਦਾ ਸੂਰਮਾ ਬਣਾਇਆ ਜਿਹੜਾ ਪਹਿਲਾਂ ਆਪੇ ਨੂੰ ਜਿੱਤਦਾ। ਆਤਮ ਜਿਣੈ, ਆਤਮ ਜਿਣੈ, ਜਿਣੈ ਮਤਲਬ ਜਿੱਤਣਾ, ਆਤਮ ਮਤਲਬ ਆਪਣੇ ਆਪ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅੱਜ 99% ਸੰਸਾਰ ਆਪੇ ਨੂੰ ਨਹੀਂ ਜਿੱਤ ਰਿਹਾ, ਬਾਹਰ ਨੂੰ ਜਿੱਤ ਰਿਹਾ। ਔਰ 8-8, 7-7 ਸਾਲ ਦੇ ਬੱਚੇ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੇ ਵਿਕਸਿਤ ਦੇਸ਼ਾਂ ਦੇ ਅੰਦਰ। ਇੰਨੇ ਅੰਦਰੋਂ ਕਮਜ਼ੋਰ ਪੈ ਗਏ। ਆਉਣ ਵਾਲਾ ਸਮਾਂ ਪਤਾ ਕਿੱਦਾਂ ਦਾ ਹੋਣਾ? ਵਾਹਿਗੁਰੂ ਸਾਰਿਆਂ ਦਾ ਭਲਾ ਕਰੇ। ਮੈਂ ਅਰਦਾਸ ਕਰਦਾ ਜਗਤ ਜਲੰਦਾ ਰੱਖ ਲੈ। ਪਰ ਜੇ ਅਸੀਂ ਸਮਝੇ ਨਾ ਗੁਰੂ ਨਾਨਕ ਦੀ ਸਿੱਖਿਆ ਨੂੰ, ਜਿਵੇਂ ਪਾਗਲਾਂ ਦੇ ਝੁੰਡ ਇਕੱਠੇ ਹੋ ਜਾਂਦੇ ਨੇ ਕਿਸੇ ਗ੍ਰਹਿ ਉੱਤੇ, ਕਿਸੇ ਪਲੈਨਟ ਉੱਤੇ, ਏਦਾਂ ਦੁਨੀਆ ਦਾ ਹਾਲ ਹੋਣਾ।
ਔਰ ਜੇ ਸੱਚੀ ਮੁੱਚੀ ਭਲਾ ਚਾਹੁੰਦੇ ਹੋ ਤੁਸੀਂ, ਆਪ ਗੁਰੂ ਦੇ ਸ਼ਬਦ ਤੋਂ ਜਾਣੂ ਹੋਵੋ ਤੇ ਦੂਜਿਆਂ ਨੂੰ ਵੰਡੋ। ਜਿੱਦਾਂ ਤੁਸੀਂ ਆਪ ਲੰਗਰ ਮੂੰਹ ਚੋਂ ਕੱਢ ਕੇ ਵੀ ਦੂਜਿਆਂ ਨੂੰ ਵੰਡਦੇ ਹੋ ਨਾ, ਵੀ ਮੈਨੂੰ ਨਾ ਮਿਲੇ ਦੂਜਿਆਂ ਨੂੰ ਵੰਡਾਂ, ਇਹ ਵੀ ਪਰਉਪਕਾਰ ਹੋਏਗਾ ਕਿ ਗੁਰੂ ਦਾ ਸ਼ਬਦ ਵੰਡੋ, ਭਲਾ ਹੋ ਜਾਏਗਾ ਸੰਸਾਰ ਦਾ। ਨਹੀਂ ਤੇ ਸੰਸਾਰ ਦੀ ਹਾਲਤ ਜਿਵੇਂ ਕਿਸੇ ਇੱਕ ਕਮਰੇ 'ਚ 1000 ਪਾਗਲ ਇਕੱਠਾ ਕਰ ਦਈਏ, ਬਿਨ ਨਾਮ ਹੈ ਜੱਗ ਕਮਲਾ ਫਿਰੈ, ਬਿਨ ਸ਼ਬਦ ਹੈ ਜੱਗ ਬੌਰਾਨੰ। ਬੌਰਾਨਾ ਮਤਲਬ ਮੈਂਟਲ ਹੋ ਗਿਆ, ਪਾਗਲ ਹੋ ਗਿਆ। ਇੱਥੋਂ ਤੱਕ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਦਿਲ ਵੱਡਾ ਕਰਕੇ ਸਮਝਣਾ, ਜੇ ਕੋਈ ਨਾਸਤਕ ਵੀ ਹੈ ਨਾ, ਨਾਸਤਕ ਵੀ, ਉਹ ਵੀ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹੇ, ਉਹਦਾ ਵੀ ਭਲਾ ਹੋਏਗਾ, ਉਹਨੂੰ ਜਿਉਣ ਦਾ ਵੱਲ ਆ ਜਾਏਗਾ ਜੀ। ਜੇ ਸੱਚੀ ਮੁੱਚੀ ਇੱਕ ਸੰਪੂਰਨ ਇਨਸਾਨ ਬਣ ਕੇ ਜਿਉਣਾ ਸਿੱਖਣਾ, ਰੱਬ ਨੂੰ ਨਹੀਂ ਮੰਨਦਾ ਨਾ ਮੰਨ, ਤਾਂ ਵੀ ਜਿਉਣਾ ਸਿੱਖ ਗੁਰੂ ਨਾਨਕ ਦੀ ਬਾਣੀ ਕੋਲੋਂ। ਉਹ ਚੋਰ ਕਹਿੰਦਾ ਮੈਥੋਂ ਚੋਰੀ ਨਹੀਂ ਛੁੱਟਣੀ, ਬਾਬਾ ਜੀ ਕਹਿੰਦੇ ਬਚਨ ਚੇਤੇ ਰੱਖ ਲੇਗਾ? ਕਹਿੰਦਾ ਹਾਂ। ਕਿਸ ਤਰ੍ਹਾਂ ਘੜੀ ਸੁਰਤ ਮਤ ਮਨ ਬੁੱਧ। ਗੁਰੂ ਸਾਹਿਬ ਨੇ ਕਿਹਾ ਸੀ, ਤੂੰ ਕਹਿੰਦਾ ਵੀ ਮੈਥੋਂ ਛੁੱਟਣੀ ਨਹੀਂ ਚੋਰੀ, ਤੇਰੇ ਸਾਹਮਣੇ ਪੰਡਾਂ ਵੱਜੀਆਂ ਹੋਣਗੀਆਂ, ਤੇਥੋਂ ਕਰ ਨਹੀਂ ਹੋਣੀ। ਗੁਰੂ ਨਾਨਕ ਮਿਲਿਆ, ਤਿੱਥੈ ਘੜੀ ਹੈ, ਸੁਰਤ ਮਤ ਮਨ ਬੁੱਧ, ਭੂਮੀਏ ਦੀ ਜ਼ਿੰਦਗੀ ਬਦਲ ਗਈ ਜੀ। ਦੂਜਿਆਂ ਦਾ ਭਲਾ ਕਰਨ ਵਾਲਾ ਬਣ ਗਿਆ, ਕਬਰਾਂ ਪੂਜਣ ਵਾਲਾ ਮੰਝ, ਹਜ਼ਾਰਾਂ ਦੀ ਭੀੜ ਨੂੰ ਨਾਲ ਲੈ ਕੇ ਨਗਾਹੇ ਵਾਲੇ ਦੀ ਜ਼ਿਆਰਤ ਤੇ ਜਾਣ ਵਾਲਾ। ਗੁਰੂ ਨਾਨਕ ਦਾ ਘਰ ਮਿਲਿਆ, ਸੁਰਤ ਮਤ ਮਨ ਬੁੱਧ, ਘੜੀ ਗਈ, ਗਰੀਬੀ ਵੀ ਆਈ, ਕੰਗਾਲੀ ਵੀ ਆਈ, ਇੱਜ਼ਤ ਪੱਤ ਵੀ ਜਿਹੜੀ ਸਮਾਜਿਕ ਤੌਰ ਦੇ ਉੱਤੇ ਸ਼ੋਹਰਤ, ਉਹ ਸਭ ਕੁਝ ਰੁਲ ਗਈ। ਵਾਹ ਵਾਹ, ਕੈਸਾ ਮਨ ਨੂੰ ਜਿੱਤਿਆ ਸੀ, ਕੈਸਾ ਸਬਰ ਸੰਤੋਖ ਸੀ। ਸੂਰਮਾ ਭਾਈ ਮੰਝ, ਸੂਰਮਾ, ਮਹਾਨ ਸੂਰਮਾ ਭਾਈ ਲਾਲੋ, ਉਹ ਸੂਰਮੇ ਨੇ ਸਾਧ ਸੰਗਤ। ਅਸੀਂ ਤੇ ਲੋਕਾਂ ਦੀਆਂ ਦੋ ਗੱਲਾਂ ਸੁਣੀਆਂ, ਅਸੀਂ ਡਰ ਜਾਂਦੇ ਹਾਂ, ਘਬਰਾ, ਲੋਕੀ ਕੀ ਕਹਿਣਗੇ। ਖਾਣਾ ਬਦਲ ਜਾਂਦਾ ਸਾਡਾ, ਪਹਿਨਣਾ ਬਦਲ ਜਾਂਦਾ ਸਾਡਾ, ਸਾਡਾ ਸਮਾਜਿਕ ਤੌਰ ਤਰੀਕਾ ਹੀ ਬਦਲ ਜਾਂਦਾ ਜੀ, ਕਿਉਂਕਿ ਕਮਜ਼ੋਰ ਆ ਅੰਦਰੋਂ। ਜੋਤ ਮਹਾਬਲ ਸੂਰ ਨਹੀਂ ਨਾ ਬਣੇ ਅਸੀਂ। ਤਿੱਥੈ ਜੋਤ ਮਹਾਬਲ ਸੂਰ, ਤਿੰਨ ਮੈਂ ਕੱਲੇ ਸੂਰਮੇ ਨਹੀਂ ਬਣਾਏ ਲੜਨ ਵਾਲੇ, ਨਹੀਂ, ਉਹਨਾਂ ਦੇ ਅੰਦਰ ਵਾਹਿਗੁਰੂ ਬਿਰਾਜਮਾਨ ਹੋਇਆ। ਤਿੰਨ ਮੈਂ ਇਹ ਬਖਸ਼ਿਸ਼ ਦਾ ਦਰ ਹੈ, ਕਰਮਖੰਡ ਹੈ। ਤਿੰਨ ਮੈਂ ਰਾਮ ਰਹਿਆ ਭਰਪੂਰ। ਤੇ ਜਦੋਂ ਵਾਹਿਗੁਰੂ ਭਰਪੂਰ ਹੋਇਆ, ਰਮਿਆ, ਅੰਦਰ ਬੈਠਣ ਦੀ ਸੇਜਾ ਬਣੀ, ਆ ਗਿਆ, ਫਿਰ ਕੀ ਹੋਇਆ? ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਮੈਂ ਇੱਕ ਬੇਨਤੀ ਕਰਦਾ, ਇੱਥੇ ਸ਼ਬਦ ਆਇਆ ਸੀਤਾ ਤੇ ਪਹਿਲਾਂ ਆ ਗਿਆ ਰਾਮ। ਤੇ ਹੁਣ ਅੱਖਰਾਂ ਤੋਂ ਇਹ ਨਾ ਸਮਝ ਲਈਏ ਵੀ ਪਤਾ ਨਹੀਂ ਕਿਹੜੇ ਸਰੀਰ ਨਾਲ ਜੋੜਿਆ, ਕਿਹਦੇ ਘਰ ਜੰਮਿਆ ਸੀ ਉਹ ਸੀਤਾ ਵਾਲਾ ਰਾਮ। ਨਹੀਂ ਭਾਈ, ਰਾਮ ਮਤਲਬ ਜ਼ਰਰੇ ਜ਼ਰਰੇ 'ਚ ਰਮਿਆ ਹੋਇਆ, ਅਜੂਨੀ, ਜਿਹੜਾ ਕਦੀ ਜੂਨਾ 'ਚ ਨਹੀਂ ਆਉਂਦਾ, ਜਿਹੜਾ ਕਦੀ ਜੰਮਦਾ ਤੇ ਮਰਦਾ ਨਹੀਂ, ਅਕਾਲ, ਉਹਦੀ ਗੱਲ ਹੋ ਰਹੀ ਹੈ। ਵੈਸੇ ਤੇ ਗਲੀ 'ਚ ਗੋਲ ਗੱਪੇ ਵੇਚਣ ਵੀ ਆਂਦਾ, ਉਹਦਾ ਨਾਮ ਹੀ ਰਾਮਚੰਦਰ, ਰਾਮ ਪ੍ਰਸਾਦ ਸੀ। ਮਤਲਬ ਇਹ ਨਹੀਂ ਕਿ ਅਸੀਂ ਕਹੀਏ ਉਸ ਫਲਾਣੇ ਪਿੰਡ ਵਾਲੇ ਦੀ ਹੋ ਰਹੀ ਹੈ, ਨਹੀਂ ਭਾਈ, ਅਜੂਨੀ ਦੀ, ਉਹ ਰਮਿਆ ਹੈ। ਹੁਣ ਅਗਲਾ ਸੀਤੋ ਸੀਤਾ ਮਹਿਮਾ, ਕਾਹਦੇ 'ਚ ਸੀਤਾ ਹੋਇਆ? ਤੇਰੀ ਕੀਰਤੀ 'ਚ। ਆਹਾ, ਤੇਰੀ ਬਖਸ਼ਿਸ਼ ਹੋਈ, ਮਨ ਸੀਤਾ ਕੀ ਹੁੰਦਾ ਸਾਧ ਸੰਗਤ? ਆ ਦੋ ਟੋਟੇ ਨੇ ਨਾ ਜੀ, ਤੇ ਦੋ ਟੋਟਿਆਂ ਨੂੰ ਕੋਈ ਸੂਈ ਸੀ ਦੇ, ਜੋੜ ਦੇ। ਹਾਂ, ਉਹ ਮਤਲਬ ਜੁੜਿਆ ਹੋਇਆ। ਕਾਹਦੇ ਨਾਲ ਜੁੜਿਆ ਹੋਇਆ? ਤੇਰੀ ਮਹਿਮਾ 'ਚ। ਇਹ ਕਰਮਖੰਡ ਹੈ, ਹਰ ਵੇਲੇ ਸੀਤਾ ਹੋਇਆ, ਪਰੋਇਆ ਹੋਇਆ, ਵਿੰਨਿਆ ਹੋਇਆ, ਜੁੜਿਆ ਹੋਇਆ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਜਦੋਂ ਤੀਰ ਪਾ ਕੇ ਵਿੰਨਿਆ ਗਿਆ ਤਾਂ ਭਰਮ ਕੱਟਿਆ ਜਾਏ। ਹੀਰਾ ਹੀਰਾ ਵਿਧਿਆ, ਜਦੋਂ ਹੀਰੇ ਨਾਲ ਹੀ ਹੀਰੇ ਨੂੰ ਛੇਕ ਪਾਇਆ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ। ਹੁਣ ਆਇਆ ਜਿਹੜੀ ਅਗਲੀ ਗੱਲ ਹੈ ਨਾ, ਬੜੀ ਕਮਾਲ ਦੀ ਹੈ। ਕਹਿੰਦੇ ਫਿਰ ਕੋਈ ਉਹਨੂੰ ਬਿਆਨ ਕਰਨਾ ਚਾਹੇ, ਕਥਨ ਕਰਨਾ ਚਾਹੇ ਵੀ ਉਹ ਕਿੱਦਾਂ ਦਾ ਰੰਗ ਹੈ, ਉਹ ਇਦਾਂ ਦੀ ਬਖਸ਼ਿਸ਼ ਹੈ ਵੀ ਉਹਨੂੰ ਕੋਈ ਕਥਨ ਨਹੀਂ ਕਰ ਸਕਦਾ। ਤਾਂ ਕਿ ਰੂਪ, ਉਹ ਕਿਹੜੇ ਰੰਗ ਵਿੱਚ ਨੇ, ਫਿਰ ਉਹਨੂੰ ਦੱਸਿਆ ਨਹੀਂ ਜਾ ਸਕਦਾ। ਨਾ ਉਹ ਮਰਹਿ ਨਾ ਠਾਗੇ ਜਾਏ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਸਰਪਣੀ ਤੇ ਉੱਪਰ ਨਹੀਂ ਬਲੀਆ, ਠੱਗ ਲਏ ਨੇ। ਬ੍ਰਹਮਾ ਵਿਸ਼ਨ ਮਹਾਦੇਵ ਛਲੀਆ, ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਏ। ਬੜੀਆਂ ਤਾਕਤਾਂ ਦੱਸਦੇ ਸੀ ਲੋਕੀ, ਮਹਾਰਾਜ ਕਹਿੰਦੇ ਕਿੱਥੇ ਗਏ ਸਾਰੇ?
ਛਲੇ ਗਏ ਹੋ ਤੇ ਠੱਗੇ ਗਏ ਹੋ ਤੇ। ਹੁਣ ਠੱਗਿਆ ਕੌਣ ਨਹੀਂ ਜਾਂਦਾ ਜੀ? ਉਹ ਏਡੇ ਜ਼ੋਰ ਵਾਲੇ ਨੇ, ਕਮਜ਼ੋਰ ਨੂੰ ਤੇ ਕੋਈ ਮਾਰ ਸਕਦਾ, ਪਰ ਜਦੋਂ ਕਰਮਖੰਡ ਦੇ ਜ਼ੋਰ ਨੂੰ ਪ੍ਰਾਪਤ ਕਰਦੇ ਆ ਨਾ ਜੀ ਤੇਰੀ ਬਖਸ਼ਿਸ਼ ਨੂੰ, ਉਦੋਂ ਨਾ ਉਹ ਮਰੇ ਨਾ ਠੱਗੇ ਜਾਏ। ਕੌਣ ਛਲ ਲੇਗਾ ਉਹਨਾਂ ਨੂੰ ਜੀ? ਕੌਣ ਉਹਨਾਂ ਨਾਲ ਧੋਖਾ ਕਰ ਲੇ? ਅਸੀਂ ਕਹਿੰਦੇ ਆ, ਮਾਫੀ ਮੰਗ ਕੇ ਕਹਿੰਦੇ ਆ ਜੀ ਸਿੱਖਾਂ ਨਾਲ ਧੋਖਾ ਹੋ ਗਿਆ। ਬਾਬੇ ਨੇ ਪਤਾ ਕੀ ਕਿਹਾ ਸੀ? ਕਦੋਂ ਬੁੱਧ ਪ੍ਰਗਾਸ ਹੋਏਗੀ ਸਾਡੀ? ਜਦੋਂ ਅਸੀਂ ਮੰਨਣ ਲੱਗ ਪਏ। ਕੱਲਾ ਮੱਥਾ ਨਾ ਟੇਕ ਕੇ ਕਹੀਏ ਵੀ ਸਿੱਖਾਂ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਤੇ ਜਿਹਨਾਂ ਨੂੰ ਖਬਰ ਹੈ ਸਭ ਦੀ, ਧਰਤ ਆਕਾਸ਼ ਪਤਾਲ ਦੀ, ਉਹਨੂੰ ਕੌਣ ਠੱਗ ਲੇਗਾ ਬਈ? ਕਿਹੜਾ ਰੂਪ ਬਣਾ ਕੇ ਠੱਗ ਲੇਗਾ ਕੋਈ? ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕਹਿ ਰਾਮ ਵਸੈ ਮਨ ਮਾਹੇ। ਕੁਝ ਲੋਕ ਤੇ ਵਿਚਾਰੇ ਸੋਚਣਗੇ ਨਾ ਸਿਰਫ ਇਸ ਚਿੰਨ੍ਹ 'ਚ, ਇਸ ਬਿਲਡਿੰਗ 'ਚ ਰਾਮ ਹੈ। ਗੁਰੂ ਨਾਨਕ ਉਸ ਵਾਹਿਗੁਰੂ ਜੀ ਦੀ ਗੱਲ ਕਰ ਰਹੇ ਜਿਹੜੇ ਸਾਰਿਆਂ 'ਚ। ਹੁਣ ਇਹ ਜਿਹੜੀਆਂ ਪੰਕਤੀਆਂ ਨੇ, ਇਹ ਨਾ ਸੋਚਣਾ ਵੀ ਜਿਹੜੇ ਸਿੱਖਾਂ ਦੇ ਘਰ ਜੰਮੇ ਉਹਨਾਂ ਵਾਸਤੇ ਹੈ, ਜਾਂ ਜਿਹੜੇ ਸਿਰਫ ਵਾਹਿਗੁਰੂ ਵਾਹਿਗੁਰੂ ਕਹਿੰਦੇ ਉਹਨਾਂ ਵਾਸਤੇ ਹੈ। ਕੋਈ ਖੁਦਾ ਖੁਦਾ ਵਾਲਾ ਹੋ ਸਕਦਾ ਹੈ, ਕੋਈ ਹਰੀ ਹਰੀ ਵਾਲਾ, ਕੋਈ ਵੀ ਹੋ ਸਕਦਾ ਜੀ। ਜਿਹੜੇ ਤੇਰੇ ਬਖਸ਼ਿਸ਼ ਦੇ ਦਰ ਤੇ ਪਹੁੰਚੇ, ਜਿਨ੍ਹਾਂ ਨੇ ਧਰਮ ਪਛਾਣਿਆ। ਜਿਨ ਕੈ ਰਾਮ ਵਸੈ ਮਨ ਮਾਹੀ, ਤਿੱਥੈ ਭਗਤ ਵਸੈ ਕੇ ਲੋ। ਮਾਫ ਕਰਨਾ, ਅੱਜ ਸਾਡੇ ਫੈਸਲੇ ਹੁੰਦੇ ਆ ਸਰੀਰਾਂ ਦੀ ਗਿਣਤੀ ਤੇ। ਕਿੰਨੀ ਕੁ ਗਿਣਤੀ ਸਰੀਰਾਂ ਦੀ ਹੈ? ਗੁਰੂ ਸਾਹਿਬ ਜੀ ਭਗਤ ਲੋਕ ਦੀ ਗੱਲ ਕਰ ਰਹੇ ਆ, ਸਰੀਰਾਂ ਦੀ ਗਿਣਤੀ ਦੀ ਨਹੀਂ ਕਰ ਰਹੇ। ਸਰੀਰਾਂ ਦੀ ਗਿਣਤੀ ਬਾਬਾ ਕਬੀਰ ਕਹਿੰਦੇ ਆ ਪਖੰਡ ਦੀ ਜ਼ਿਆਦਾ ਹੋ ਸਕਦੀ ਹੈ, ਤੇ ਜੇ ਸਰੀਰਾਂ ਦੀ ਗਿਣਤੀ ਨਾਲ ਫੈਸਲੇ ਹੋਣੇ ਹੋਣਗੇ ਤੇ ਫਿਰ ਤੇ ਕੁਦਰਤੀ ਹੈ ਭਾਈ, ਪਖੰਡੀਆਂ ਦਾ ਬੋਲਬਾਲਾ ਜ਼ਿਆਦਾ ਹੋਏਗਾ। ਜੇ ਮਾਰਗ ਪੰਡਤ ਗਏ, ਪੰਡਤ ਦਾ ਮਤਲਬ ਵੀ ਕਰਮਕਾਂਡ ਆ। ਪਛ ਪਰੀ ਵਹੀਰ ਤੋ ਤਿੱਥੈ ਭਗਤ ਵਸੈ ਕੇ ਲੋ। ਉਹ ਲੋਕ, ਉਹ ਬਖਸ਼ਿਸ਼ ਦਾ ਖੰਡ ਜਿੱਥੇ ਫਿਰ ਬੰਦਗੀ ਹੀ ਬੰਦਗੀ, ਤੇਰੀ ਕੀਰਤੀ ਵਾਲੇ ਹੀ ਹੈ ਬਸ। ਕਰੈ ਆਨੰਦ ਸੱਚਾ ਮਨ ਸੋਏ। ਫਿਰ ਉਹ ਸਦੀਵ ਆਨੰਦ ਚ ਅੰਦਰੋਂ ਬਾਹਰੋਂ ਨਿਰਮਲ ਨੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਕਿਰਤਾਰਥ ਕਰਨ ਵਾਲਾ ਮੇਰਾ ਵਾਹਿਗੁਰੂ ਨਦਰ ਕਰਕੇ ਵੇਖ ਰਿਹਾ। ਸਮਾਂ ਸਮਾਪਤ ਹੋ ਗਿਆ ਸਾਧ ਸੰਗਤ। ਪੌੜੀ ਦੇ ਕੁਝ ਬੰਦ ਰਹਿ ਗਏ ਆ, ਕੱਲ ਨੂੰ ਗੁਰੂ ਸਾਹਿਬ ਕਿਰਪਾ ਕਰਨ। ਕਿਉਂਕਿ ਗਿਆਨ ਜਿਹੜਾ ਸੀ ਕਰਮਖੰਡ ਨਾ, ਉਹਦੀ ਵਿਚਾਰ ਇੱਥੇ ਸੰਪੂਰਨ ਹੋ ਜਾਂਦੀ ਹੈ। ਤਿੱਥੈ ਭਗਤ ਵਸੈ ਕੇ ਲੋਕ, ਕਰੈ ਆਨੰਦ ਸੱਚਾ ਮਨ ਸੋ। ਇਹ ਕਰਮਖੰਡ ਬਖਸ਼ਿਸ਼ ਦੇ ਖੰਡ ਤੱਕ ਹੈ। ਉਸ ਤੋਂ ਅੱਗੇ ਜਿਹੜੀ ਅਵਸਥਾ ਸੱਚਖੰਡ ਦੀ ਬਣਦੀ ਹੈ, ਉਹ ਕੱਲ ਨੂੰ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਿਰ ਤੇ ਹੱਥ ਰੱਖਣ, ਸੋਝੀ ਦੇਣ, ਸਮਝ ਸਕੀਏ, ਉਸ ਅਵਸਥਾ ਨੂੰ ਪਾ ਸਕੀਏ। ਭੁੱਲਾਂ ਬਖਸ਼ਣੀਆਂ। ਮੈਂ ਕੋਸ਼ਿਸ਼ ਕੀਤੀ ਹੈ ਵੀ ਗੱਲ ਜੋ ਮੈਂ ਮਹਿਸੂਸ ਕਰ ਰਿਹਾ ਕਹਿ ਸਕਾਂ। ਪਤਾ ਨਹੀਂ ਕਿੰਨੀ ਕੁ ਸਮਝ ਆਈ ਤੁਹਾਡੀ। ਜੇ ਨਹੀਂ ਆਈ ਭਾਈ, ਮੈਂ ਮਾਫੀ ਚਾਹੁੰਦਾ। ਮਹਾਰਾਜ ਕਿਰਪਾ ਕਰਨ, ਪਿਆਰ ਬਖਸ਼ਣ, ਇਕਾਗਰਤਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।